ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਸ਼ੁਰੂ ਕੀਤੀ ਗਈ। ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਨੂੰ ਪ੍ਰੇਰਿਤ ਕੀਤਾ, ਦੂਸਰੇ ਨੇ ਤੀਸਰੇ ਨੂੰ ਪ੍ਰੇਰਿਤ ਕੀਤਾ। ਇਹ ਲਹਿਰ ਘਰ ਘਰ ਤੱਕ ਪਹੁੰਚਦੀ ਗਈ। ਕੁਝ ਸੰਸਥਾਵਾਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ। ਸਟੂਡੈਂਟਸ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕੀਤਾ। ਸ਼ੁਕਰ ਵਾਹਿਗੁਰੂ ਦਾ, ਹੁਣ ਤਾਂ ਬੱਚੇ ਵੀ ਪੁੱਛਣ ਲੱਗ ਗਏ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ। ਹੁਣ ਤਾਂ ਬੱਚਿਆਂ ਦੇ ਤੋਤਲੀ ਆਵਾਜ਼ ਵਿੱਚੋਂ ਨਿਕਲੇ ਹੋਏ ਇਹ ਸਵਾਲ ਸਾਨੂੰ ਹਲੂਣ ਦਿੰਦੇ ਹਨ, ਮਿੱਠਾ ਜਿਹਾ ਹਲੂਣਾ ਦਿੰਦੇ ਨੇ। ਜਿਹੜੇ ਇਦਾਂ ਸੋਚਦੇ ਸੀ ਚੱਲ ਕਰਾਂਗੇ, ਸ਼ੁਰੂ ਕਰਾਂਗੇ, ਕੱਲ੍ਹ ਨੂੰ ਕਰਾਂਗੇ, ਇਸ ਵੀਕਐਂਡ 'ਤੇ ਕਰਾਂਗੇ, ਟਾਈਮ ਨਹੀਂ ਹੈ। ਬੱਚਿਆਂ ਦੇ ਸਵਾਲਾਂ ਨੇ ਉਹਨਾਂ ਨੂੰ ਹਲੂਣ ਕੇ ਰੱਖ ਦਿੱਤਾ। ਆਪਾਂ ਸਾਰੇ ਗੁਰੂ ਦੀ ਕੌਮ ਦੇ ਲਈ ਆਪਾ ਵਾਰਨਾ ਹੈ। ਘਰ ਘਰ ਦੇ ਵਿੱਚ ਗੁਰੂ ਦਾ ਸੰਦੇਸ਼ ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਵਿੱਚ ਲਿਜਾਣੀ ਹੈ। ਅੱਜ ਜੇ ਬੱਚਿਆਂ ਦੇ ਅੰਦਰੋਂ ਵੀ ਇਹ ਸਵਾਲ ਉੱਠ ਰਹੇ ਨੇ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ, ਆਓ ਖੁਦ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰੀਏ। ਪਰਿਵਾਰ ਦਾ ਕੋਈ ਵੀ ਮੈਂਬਰ ਵਾਂਝਾ ਨਾ ਰਹਿ ਜਾਵੇ, ਕੋਈ ਰਿਸ਼ਤੇਦਾਰ, ਸ਼ਰੀਕੇ ਵਿੱਚੋਂ, ਮਿੱਤਰਾਂ ਦੋਸਤਾਂ 'ਚੋਂ ਕੋਈ ਵੀ ਵਾਂਝਾ ਨਾ ਰਹਿ ਸਕੇ। ਇਸ ਲਹਿਰ ਨੂੰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 262। 52 ਅੱਖਰੀ ਨਾਮ ਦੀ ਬਾਣੀ ਦੇ ਜੋ ਸਟਾਰਟਿੰਗ ਤੇ ਸ਼ਲੋਕ ਸੀ, ਉਹੀ ਸ਼ਲੋਕ ਅਖੀਰ ਤੇ ਹੈ। ਸ਼ਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ। ਉੱਥੇ ਆਪਾਂ ਵਿਚਾਰਿਆ ਸੀ। ਇਹਨੂੰ ਧਿਆਨ ਦੇਣਾ। ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਹਰ ਥਾਂ ਤੇ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਅਸੀਂ ਗੁਰਬਾਣੀ ਦੇ ਅਰਥਾਂ ਨੂੰ, ਰਮਜ਼ਾਂ ਨੂੰ, ਕਹਾਵਤਾਂ ਨੂੰ ਸਮਝਾਂਗੇ ਨਾ, ਤਾਂ ਅੰਦਰ ਜੋ ਸੱਚਾ ਗਿਆਨ ਹੈ ਉਹ ਗੁਰ ਸਰੂਪ ਹੈ। ਰੱਬ ਦਾ ਸੱਚਾ ਗਿਆਨ ਹੈ, ਰੱਬੀ ਬਾਣੀ ਹੈ, ਬ੍ਰਹਮ ਦਾ ਗਿਆਨ ਹੈ, ਗੁਰ ਸਰੂਪ ਹੈ। ਤੇ ਉਹ ਗੁਰ ਸਰੂਪ ਜਦੋਂ ਸਾਨੂੰ ਸਮਝ ਆਉਂਦਾ ਹੈ ਨਾ, ਉਹਦੀ ਜਿਹੜੀ ਸੋਝੀ ਆਉਂਦੀ ਹੈ, ਸੋਝੀ ਨੂੰ ਪ੍ਰਕਾਸ਼ ਕਹਿੰਦੇ ਨੇ ਤੇ ਪ੍ਰਕਾਸ਼ ਨੂੰ ਦੇਵ ਕਹਿੰਦੇ ਨੇ, ਗੁਰਦੇਵ। ਸੱਚਾ ਗਿਆਨ ਸੋਝੀ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਉਪਦੇਸ਼ ਸਿੱਖਿਆਵਾਂ ਬਣ ਕੇ ਹੈ, ਉਹੀ ਸਾਡੇ ਜੀਵਨ ਦੀ ਮਾਂ ਹੈ ਤੇ ਉਹੀ ਪਿਤਾ ਹੈ ਤੇ ਉਹੀ ਮਾਲਕ ਹੈ। ਪਰਮੇਸ਼ਰ ਨੇ, ਪਰਮੇਸ਼ਰ ਦਾ ਰੂਪ ਹੈ, ਪਰਮਾਤਮਾ ਦਾ ਰੂਪ ਹੈ, ਵਾਹਿਗੁਰੂ ਜੀ ਦਾ ਰੂਪ ਹੈ। ਜਿਵੇਂ ਮਾਤਾ ਪਿਤਾ ਸਾਡਾ ਪਾਲਣ ਪੋਸ਼ਣ ਕਰਦੇ ਨੇ ਨਾ, ਇਦਾਂ ਇਹ ਸੱਚੇ ਗਿਆਨ ਨੇ, ਗੁਰਸਰੂਪ ਨੇ, ਸੋਝੀ ਰਾਹੀਂ ਸਾਡੇ ਸੋਚ ਸੁਭਾਅ ਦੀ, ਆਤਮਿਕ ਜੀਵਨ ਦੀ ਪਾਲਣ ਪੋਸ਼ਣ ਕਰਨੀ ਹੈ। ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ। ਉਹ ਗੁਰਦੇਵ ਸਰੂਪ ਸਖਾ, ਸਖਾ ਹੁੰਦਾ ਮਦਦਗਾਰ, ਹਰ ਹਾਲਾਤ ਵਿੱਚ, ਹਰ ਸਿਚੁਏਸ਼ਨ ਵਿੱਚ ਮਦਦਗਾਰ ਹੈ। ਅੰਦਰੋਂ ਅਗਿਆਨਤਾ ਉਹਨੇ ਦੂਰ ਕਰਨੀ ਹੈ, ਅਗਿਆਨ ਭੰਜਨ, ਨਾ ਸਮਝੀ ਦੂਰ ਕਰ ਦੇਣੀ ਹੈ। ਗੁਰਦੇਵ ਬੰਧਪ ਸਹੋਦਰਾ, ਰਿਸ਼ਤੇਦਾਰ, ਸਕਾ ਰਿਸ਼ਤੇਦਾਰ ਜਿਵੇਂ ਔਖੇ ਸਮਿਆਂ 'ਤੇ ਮਦਦ ਕਰਦਾ ਨਾ, ਪਰ ਹੋ ਸਕਦਾ ਕੁਝ ਸਮਿਆਂ 'ਤੇ ਰਿਸ਼ਤੇਦਾਰ ਵੀ ਮਦਦ ਨਾ ਕਰੇ। ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤਾਂ ਸਭ ਤੋਂ ਸੱਚੇ ਤੇ ਸਦੀਵੀ ਰਿਸ਼ਤੇਦਾਰ ਨੇ। ਬੰਧਪ ਭਰਾ, ਸਹੋਦਰਾ ਸਕਾ ਭਰਾ, ਬੰਧਪ ਰਿਸ਼ਤੇਦਾਰ। ਜਿਵੇਂ ਸਕੇ ਭਰਾ ਮਦਦ ਕਰਦੇ ਨੇ, ਉਸ ਤੋਂ ਵੀ ਉੱਤਮ ਹੈ। ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ। ਗੁਰਦੇਵ ਸਰੂਪ ਜੋ ਹੈ ਨਾ, ਉਹਨੇ ਰੱਬ ਦੇ ਗਿਆਨ ਰੂਪੀ ਨਾਮ ਦਾ ਦਾਤਾ ਹੈ, ਆਖੋ ਵਾਹਿਗੁਰੂ। ਇਹ ਉਹ ਗਿਆਨ ਰੂਪੀ ਨਾਮ ਕਿਵੇਂ ਮਿਲਣਾ? ਉਪਦੇਸ਼ ਰਾਹੀਂ, ਸਿੱਖਿਆ ਬਣ ਕੇ। ਗੁਰਦੇਵ ਮੰਤ ਨਿਰੋਧਰਾ, ਉਹ ਜੋ ਗੁਰਦੇਵ ਸਰੂਪ ਹੈ, ਉਹ ਮੰਤ ਦੇ ਅਰਥ ਹੈ ਸਲਾਹ, ਉਪਦੇਸ਼। ਨਿਰੋਧਰਾ, ਜਿਹਨੂੰ ਕੋਈ ਰੋਕ ਨਹੀਂ ਪਾ ਸਕਦਾ, ਜਿਹਦੇ ਤੇ
ਇਹ ਪ੍ਰਭਾਵ ਬਣੇਗਾ ਗੁਰਗਿਆਨ ਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗੁਰਗਿਆਨ ਸਰੂਪ ਹੈ, ਉਹਦਾ ਪ੍ਰਭਾਵ ਪਵੇਗਾ, ਜਿਹਨੂੰ ਪ੍ਰਕਾਸ਼ ਕਹਿੰਦੇ ਆ, ਸੋਝੀ ਮਿਲੇਗੀ। ਉਪਦੇਸ਼ ਰਾਹੀਂ ਉਹਨੂੰ ਕੋਈ ਰੋਕ ਨਹੀਂ ਸਕਦਾ। ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ। ਉਹ ਗੁਰਦੇਵ ਸਰੂਪ ਦੇ ਨਾਲ ਆਤਮਿਕ ਸ਼ਾਂਤੀ ਮਿਲਣੀ ਹੈ ਤੇ ਉਹ ਬੁੱਧ ਅਕਲ ਮਿਲਣੀ ਹੈ ਜਿਹੜੀ ਸਦੀਵੀ ਹੈ। ਗੁਰੂ ਕੀ ਮੱਤ ਮੂਰਤ, ਇਹ ਸੱਚੇ ਗਿਆਨ ਦੀ ਹਰ ਥਾਂ ਤੇ ਹੋਂਦ ਹੈ, ਹਰ ਵਰਤਾਰੇ ਵਿੱਚ ਹੈ ਸੱਚਾ ਗਿਆਨ। ਗੁਰਦੇਵ ਪਾਰਸ ਪਰਸਪਰਾ, ਸਭ ਤੋਂ ਵੱਡਾ ਪਾਰਸ ਹੈ। ਇਹਨੇ ਮਨ ਨੂੰ ਹਰੀ ਵਰਗਾ ਬਣਾ ਲੈਣਾ। ਕਬੀਰ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰਗਿਆਨ ਮਜਨ ਅਪਰੰਪਰਾ। ਉਹ ਜੋ ਗੁਰਦੇਵ ਸਰੂਪ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗਿਆਨ ਸਰੂਪ ਹੈ, ਸਤਿਗੁਰੂ ਜੀ ਦਾ ਜੋ ਪਰਮੇਸ਼ਰ ਸਰੂਪ ਹੈ, ਰੱਬ ਹੀ ਸੱਚਾ ਗਿਆਨ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ। ਅਰਥਾਂ ਨੂੰ, ਰਮਜ਼ਾਂ ਨੂੰ, ਕਹਾਵਤਾਂ ਨੂੰ ਸਮਝਦੇ ਹਾਂ। ਉਹ ਗੁਰਦੇਵ ਸਰੂਪ ਰੂਪੀ ਗਿਆਨ ਦੇ ਵਿੱਚ ਤੀਰਥ ਇਸ਼ਨਾਨ ਹੈ। ਉਹ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ। ਉਹ ਐਸਾ ਤੀਰਥ ਹੈ ਅੰਮ੍ਰਿਤ, ਜਿਹਦਾ ਮਰਦਾ ਹੀ ਨਹੀਂ ਕਦੀ। ਉਹਦੇ 'ਚ ਉਪਦੇਸ਼ ਦੀਆਂ ਲਹਿਰਾਂ ਨੇ, ਸਰੋਵਰ ਹੈ। ਗੁਰਗਿਆਨ ਦਾ ਮਜਨ ਹੈ, ਗੁਰਗਿਆਨ ਦਾ ਇਸ਼ਨਾਨ ਹੈ। ਐਸਾ ਇਸ਼ਨਾਨ ਹੈ, ਪਰੰਪਰਾ ਬੇਅੰਤ ਹੈ। ਇਹਨੇ ਸਦਾ ਸੋਚ ਸੁਭਾਅ ਨੂੰ ਸੰਵਾਰਦੇ ਰਹਿਣਾ। ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਸਰੂਪ ਨੇ ਪਾਪ ਪ੍ਰਵਿਰਤੀ ਨੂੰ ਦੂਰ ਕਰਨਾ ਹੈ, ਅੰਦਰ ਗੁਰਮੁਖ ਸੁਭਾਅ ਤੇ ਗੁਰਮੁਖ ਜੀਵਨ ਨੂੰ ਪੈਦਾ ਕਰ ਦੇਣਾ ਕਰਤਾ ਹੈ। ਪਤਿਤ ਪਵਿੱਤ, ਗਿਰੇ ਹੋਏ ਮਨ ਨੂੰ, ਮੈਲੇ ਸੁਭਾਅ ਨੂੰ, ਮੈਲੀ ਸੋਚ ਨੂੰ ਪਵਿੱਤਰ ਕਰ ਦੇਣਾ, ਸ਼ੁੱਧ ਬਣਾ ਦੇਣਾ। ਸ਼ੁੱਧ ਜਜ਼ਬਾ, ਸ਼ੁੱਧ ਨੀਅਤ, ਸ਼ੁੱਧ ਭਾਵਨਾਵਾਂ ਪੈਦਾ ਕਰ ਦੇਣੀ ਹੈ। ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤਰ ਹਰ ਜਪ ਉਧਰਾ। ਹੁਣ ਸਮਝਿਓ, ਵਾਹਿਗੁਰੂ ਸੱਚੇ ਪਾਤਸ਼ਾਹ ਸੱਚਾ ਗਿਆਨ ਬਣ ਕੇ ਹਰ ਕੋਨੇ ਕੋਨੇ ਵਿੱਚ, ਹਰ ਵਰਤਾਰੇ ਵਿੱਚ ਸਮਾਏ ਹੋਏ ਨੇ। ਸਾਡੇ ਅੰਦਰ ਸੱਚਾ ਗਿਆਨ ਬਣ ਕੇ ਜ਼ਮੀਰ ਦੀ ਆਵਾਜ਼ ਰਾਹੀਂ ਅੰਦਰ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹ ਗੁਰਦੇਵ ਸਰੂਪ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੱਚਾ ਗਿਆਨ ਹੈ। ਇਹ ਜੋ ਸੱਚਾ ਗਿਆਨ ਹੈ, ਜੋ ਗੁਰਦੇਵ ਸਰੂਪ ਹੈ, ਇਹ ਆਦ ਜੁਗਾਦ ਜੁਗਾਂ ਜੁਗੰਤਰਾਂ ਤੋਂ ਸੀ। ਆਖੋ ਵਾਹਿਗੁਰੂ। ਸਮਝ ਦੀ ਪਕੜ ਵਿੱਚ ਨਹੀਂ ਸੀ ਆ ਰਿਹਾ, ਭਗਤਾਂ ਦੀ ਪਕੜ ਵਿੱਚ ਆਇਆ, ਗੁਰੂ ਸਾਹਿਬਾਨਾਂ ਦੀ ਭੱਟਾਂ ਦੀ ਪਕੜ ਵਿੱਚ ਆਇਆ। ਗੁਰੂ ਨਾਨਕ ਪਾਤਸ਼ਾਹ ਤੋਂ 250 ਸਾਲ ਪਹਿਲਾਂ ਇਹ ਭਗਤ ਫਰੀਦ ਜੀ ਦੀ ਸੋਚ ਦੀ ਪਕੜ ਵਿੱਚ ਆਇਆ। ਉਹਨੇ ਆਪਣੇ ਅੰਦਰ ਰੱਖਿਆ ਔਰ ਦੁਨੀਆ ਨੂੰ ਦੱਸਿਆ। ਉਹਨਾਂ ਤੋਂ ਬਾਅਦ ਫਿਰ ਜੈਦੇਵ ਜੀ ਹੋਏ ਬੰਗਾਲ ਵਾਲੇ ਪਾਸੇ। ਫਿਰ ਉਹਨਾਂ ਤੋਂ ਬਾਅਦ ਭਗਤ ਤਰਲੋਚਨ ਜੀ, ਭਗਤ ਨਾਮਦੇਵ ਜੀ ਹੋਏ, ਭਗਤ ਰਵਿਦਾਸ ਜੀ ਹੋਏ, ਫਿਰ ਭਗਤ ਕਬੀਰ ਜੀ ਹੋਏ, ਫਿਰ ਗੁਰੂ ਨਾਨਕ ਪਾਤਸ਼ਾਹ ਆਏ, ਫਿਰ ਗੁਰੂ ਸਾਹਿਬਾਨਾਂ ਦੇ ਭੱਟਾਂ ਦੇ ਭਾਈ ਸੱਤਾ ਬਲਵੰਡ ਜੀ, ਜਿਨ੍ਹਾਂ ਦੀ ਰਾਮਕਲੀ ਰਾਗ ਦੀ ਵਾਰ ਹੈ ਗੁਰੂ ਗ੍ਰੰਥ ਸਾਹਿਬ ਅੰਦਰ, ਬਾਬਾ ਸੁੰਦਰ ਜੀ, ਜਿਨ੍ਹਾਂ ਦਾ ਰਾਮਕਲੀ ਰਾਗ ਵਿੱਚ ਸਤਨਾਮ ਦੀ ਬਾਣੀ ਹੈ। ਇਹਦਾ ਮਤਲਬ ਇਹ ਗੁਰਦੇਵ ਸਰੂਪ ਸੱਚਾ ਗਿਆਨ ਜੁਗਾਂ ਜੁਗਾਂਤਰਾਂ ਤੋਂ ਸੀ। ਮੰਤ ਹਰ ਜਪ ਉਧਰਾ, ਇਹ ਉਪਦੇਸ਼ ਦੇ ਰੂਪ ਵਿੱਚ ਹੈ। ਉਪਦੇਸ਼ ਨੂੰ ਮੰਨਣਾ, ਹਰੀ ਨੂੰ ਜਪਣਾ ਬਣੇਗਾ। ਇਹਦੇ ਨਾਲ ਸੋਚ ਸੁਭਾਅ ਦਾ ਉਧਾਰ ਹੋਏਗਾ, ਸੰਵਾਰਿਆ ਸ਼ਿੰਗਾਰਿਆ ਜਾਏਗਾ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ। ਫਿਰ ਗੁਰੂ ਦੀ ਸੰਗਤ ਦੇ ਵਿੱਚ ਜਦੋਂ ਮਨ ਨੂੰ ਸੱਚ ਦੀ ਸੰਗਤ ਕਰਨੀ ਆਉਂਦੀ ਹੈ, ਫਿਰ ਇਸ ਗੁਰਦੇਵ ਸਰੂਪ ਦੀ ਸੋਝੀ ਨੇ ਪ੍ਰਭੂ ਮਿਲਾਪ ਕਰਵਾਉਣਾ ਹੈ। ਇਹਦੇ ਨਾਲ ਹੀ ਬਖਸ਼ਿਸ਼ ਮਿਲਣੀ ਹੈ। ਅਸੀਂ ਮੂਰਖ ਹਾਂ, ਪਾਪੀ ਹਾਂ ਤੇ ਗੁਰਦੇਵ ਸਰੂਪ ਗੁਰੂ ਉਪਦੇਸ਼ ਦੇ ਲੜ ਲੱਗ ਕੇ ਜ਼ਿੰਦਗੀ ਸਫਲ ਹੋਣੀ ਹੈ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ। ਉਹ ਜੋ ਗੁਰਦੇਵ ਸਰੂਪ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੱਚਾ ਗਿਆਨ, ਉਹੀ ਸਤਿਗੁਰ ਸਰੂਪ ਹੈ। ਆਖੋ ਵਾਹਿਗੁਰੂ। ਉਹੀ ਪਾਰ ਬ੍ਰਹਮ ਪਰਮੇਸ਼ਰ ਸਰੂਪ ਹੈ। ਉਸ ਗੁਰਦੇਵ ਸਰੂਪ ਨੂੰ ਗੁਰਦੇਵ ਨਾਨਕ ਹਰ ਨਮਸਕਾਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ। ਉਸ ਗੁਰਦੇਵ ਸਰੂਪ ਨੂੰ ਹੈ ਨਾਨਕ ਜੀ ਨਮਸਕਾਰ। ਹਰੀ ਨੂੰ ਨਮਸਕਾਰ ਹੈ। ਰੱਬ ਨੂੰ ਸਮਰਪਿਤ ਹੋਣਾ ਹੈ ਤਾਂ ਉਸ ਸੱਚੇ ਗਿਆਨ ਨੂੰ, ਗੁਰਬਾਣੀ ਨੂੰ ਸਮਰਪਿਤ ਹੋਣਾ ਹੈ। ਗੁਰਬਾਣੀ ਗੁਰ ਸਰੂਪ ਬਣ ਕੇ ਰੱਬ ਦਾ ਰੂਪ ਹੈ। ਇਹ ਸ਼ਲੋਕ ਆਦ ਅੰਤ ਪੜ੍ਹਨਾ
ਕਿਉਂਕਿ ਬਾਵਨ ਅੱਖਰੀ ਨਾਮ ਦੀ ਬਾਣੀ ਤੇ ਪਹਿਲਾਂ ਵੀ ਇਹੀ ਸ਼ਲੋਕ ਸੀ, ਇੱਥੇ ਵੀ ਇਹ ਇਸ਼ਾਰਾ ਦੇ ਦਿੱਤਾ। ਇਹਨੂੰ ਆਦਿ ਅੰਤ ਪੜ੍ਹਨਾ ਦੇ ਅਰਥ ਹੈ, ਇਹਨੂੰ ਇਸ ਕਨਸੈਪਟ ਨੂੰ ਬਾਣੀ ਨੂੰ ਸਮਝਣ ਲੱਗਿਆ ਪਹਿਲਾਂ ਵੀ ਇਸ ਕਨਸੈਪਟ ਨੂੰ ਸਾਹਮਣੇ ਰੱਖਣਾ ਹੈ ਤੇ ਇਸ ਬਾਣੀ ਦੇ ਸਮੁੱਚੇ ਪ੍ਰਭਾਵ ਨੂੰ ਸਮਝਣ ਵਾਸਤੇ, ਸਮੁੱਚੇ ਕਨਸੈਪਟ ਨੂੰ ਸਮਝਣ ਵਾਸਤੇ ਇਸ ਨੂੰ ਅਖੀਰ ਤੇ ਵੀ ਇਹਨੂੰ ਆਪਣੇ ਸਾਹਮਣੇ ਰੱਖਣਾ, ਫੋਕਸ ਕਰਨਾ, ਪੜ੍ਹਨਾ ਦੇ ਅਰਥ ਸਿੱਖਣਾ ਹੈ। ਇਸ ਕਨਸੈਪਟ ਨੂੰ ਇਸ ਬਾਣੀ ਰਾਹੀਂ ਸਿੱਖਣਾ ਹੈ। ਇਸ ਤੋਂ ਬਾਅਦ ਹੁਣ ਸੁਖਮਨੀ ਸਾਹਿਬ ਦੀ ਬਾਣੀ ਸ਼ੁਰੂ ਹੋ ਰਹੀ ਹੈ। ਇਹ ਸਭ ਤੋਂ ਲੰਬੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਸੁਖਮਨੀ ਸਾਹਿਬ ਦੀ ਬਾਣੀ। ਬਾਣੀ ਦਾ ਟਾਈਟਲ ਹੈ ਸੁਖਮਨੀ, ਆਪਾਂ ਸਤਿਕਾਰ ਵਜੋਂ ਸੁਖਮਨੀ ਸਾਹਿਬ ਕਹਿੰਦੇ ਹਾਂ। ਪੰਚਮ ਪਾਤਸ਼ਾਹ ਦੀ ਬਾਣੀ ਹੈ। 24 ਸ਼ਲੋਕ ਨੇ, 24 ਅਸ਼ਟਪਦੀਆਂ ਨੇ। ਹਰ ਅਸ਼ਟਪਦੀ ਦੇ ਅੰਦਰ 8 ਪਦੇ ਨੇ ਤੇ ਹਰ ਪਦੇ ਦੇ ਵਿੱਚ 10-10 ਪੰਕਤੀਆਂ ਨੇ। 10 ਪੰਕਤੀਆਂ ਦਾ ਇੱਕ ਪਦਾ ਹੈ, 8 ਪਦਿਆਂ ਦੀ ਇੱਕ ਅਸ਼ਟਪਦੀ ਹੈ, ਯਾਨੀ 80 ਪੰਕਤੀਆਂ ਦਾ ਇੱਕ ਪੂਰੀ ਅਸ਼ਟਪਦੀ ਹੈ। 24 ਸ਼ਲੋਕ ਨੇ। ਇਹ 24 ਸ਼ਲੋਕ ਤੇ 24 ਅਸ਼ਟਪਦੀਆਂ ਤੋਂ ਇਲਾਵਾ ਇੱਕ ਰਹਾਉ ਪਦ ਹੈ, ਜਿਹੜਾ ਸੈਂਟਰਲ ਆਈਡੀਆ ਹੈ। ਉਹ ਹੈ ਕਿ ਜਿਹੜਾ ਆਤਮਿਕ ਸੁੱਖ ਹੈ ਤੇ ਸੱਚਾ ਗਿਆਨ ਰੂਪੀ ਨਾਮ ਹੈ, ਉਹ ਗੁਰੂ ਕੇ ਪਿਆਰਿਆਂ ਦੇ ਮਨ ਵਿੱਚ ਵਸਦਾ ਹੈ। ਆਖੋ ਵਾਹਿਗੁਰੂ। ਕਿਉਂਕਿ ਜਿਹੜਾ ਉਪਦੇਸ਼ ਹੁੰਦਾ ਹੈ ਨਾ, ਉਹਨੂੰ ਮਨ ਨੇ ਮੰਨਣਾ ਹੁੰਦਾ, ਮਨ 'ਚ ਵਸਦਾ ਹੈ। ਇਹ ਕਨਸੈਪਟ ਹੈ। ਇਸ ਕਨਸੈਪਟ ਨੂੰ 24 ਅਸ਼ਟਪਦੀਆਂ ਤੇ 24 ਸ਼ਲੋਕਾਂ ਵਿੱਚ ਸਿਖਾਇਆ ਗਿਆ ਹੈ। ਆਮ ਤੌਰ ਤੇ ਇਹ ਵੀ ਇੱਕ ਆਮ ਜਿਹਾ ਪ੍ਰਚਾਰ ਕਰ ਦਿੱਤਾ ਜਾਂਦਾ ਜੀ, ਇਹ ਬਾਣੀ ਸੁੱਖ ਦੇਣ ਵਾਲੀ ਹੈ। ਜਰਾ ਸੋਚਣਾ, ਜੇ ਇਹ ਬਾਣੀ ਸੁੱਖ ਦੇਣ ਵਾਲੀ ਹੈ, ਬਾਕੀ ਦੁੱਖ ਦੇਣ ਵਾਲੀ ਹੈ? ਇਹ ਨਹੀਂ ਹੈ। ਇਹਨੂੰ ਇਸ ਤਰੀਕੇ ਨਾਲ ਸਮਝਣਾ, ਮਨਾ ਜੇ ਤੂੰ ਆਤਮਿਕ ਸੁੱਖ ਲੱਭਦਾ ਹੈ ਤਾਂ ਸਾਰੀ ਬਾਣੀ ਦੇ ਵਿੱਚੋਂ ਸਿੱਖ ਤੇ ਸੋਚ ਸੁਭਾਅ ਨੂੰ ਬਦਲ। ਇਹੀ ਬਾਣੀ ਹੈ ਜਿਹਦੇ 'ਚ ਕਿਹਾ ਗਿਆ, ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਤੇ ਕੋਈ ਵਿਰਲਾ ਇੱਕ ਅੱਧ ਘਰ ਹੋਏਗਾ ਜਿੱਥੇ ਨਿੰਦਾ ਨਹੀਂ ਹੁੰਦੀ ਹੋਏਗੀ, ਨਹੀਂ ਸਾਨੂੰ ਸਾਰਿਆਂ ਨੂੰ ਪਤਾ ਕੀ ਹੋ ਰਿਹਾ ਘਰਾਂ 'ਚ, ਰਿਸ਼ਤਿਆਂ 'ਚ ਕੀ ਹੋ ਰਿਹਾ, ਸਭ ਨੂੰ ਪਤਾ ਹੈ। ਉਹਨੂੰ ਮੰਨਣ ਨਾਲ ਆਤਮਿਕ ਸੁੱਖ ਹੋਏਗਾ ਤੇ ਸਾਨੂੰ ਇਹ ਵੀ ਪਤਾ ਵੀ ਆਤਮਿਕ ਸੁੱਖ ਅੱਜ ਕਿੰਨਾ ਕੁ ਹੈ, ਰਿਸ਼ਤਿਆਂ ਵਿੱਚ ਸਾਂਝਾਂ ਕਿੰਨੀਆਂ ਕੁ ਹੈ, ਸਭ ਨੂੰ ਪਤਾ ਹੈ। ਪਰ ਇਸ ਬਾਣੀ ਅੰਦਰ ਜਿਹੜੇ ਉਪਦੇਸ਼ ਨੇ ਉਹਨੂੰ ਮੰਨਣਾ ਹੈ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ। ਗੌੜੀ ਰਾਗ ਹੈ, ਸੁਖਮਨੀ ਬਾਣੀ ਦਾ ਨਾਮ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੈ ਸਾਰੀ ਬਾਣੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਲੰਬੀ ਬਾਣੀ ਹੈ। ਇਹਦਾ ਪਹਿਲਾ ਸ਼ਲੋਕ ਸ਼ੁਰੂ ਹੋ ਰਿਹਾ ਹੈ ਤੇ ਸਟਾਰਟਿੰਗ ਤੇ ਮੂਲ ਮੰਤਰ ਦਾ ਸੰਖੇਪ ਰੂਪ ਮੰਗਲਾਚਰਨ ਦੇ ਰੂਪ ਵਿੱਚ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਇੱਕ ਹੈ। ਸੱਚਾ ਗਿਆਨ ਸਤਿਗੁਰ ਸਰੂਪ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਉਹਨੂੰ ਮੰਨਣ ਦੇ ਨਾਲ ਕਿਰਪਾ ਹੋਣੀ ਹੈ ਤੇ ਉਹਦੇ ਨਾਲ ਹੀ ਸਾਰੀ ਬਖਸ਼ਿਸ਼ ਹੋਣੀ। ਆਦਿ ਗੁਰੇ ਨਮଃ। ਗੁਰੇ ਉੱਪਰ ਗੁਰਦੇਵ ਸ਼ਬਦ ਆਇਆ ਸੀ। ਗੁਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗੁਰ ਸਰੂਪ ਹੈ, ਉਪਦੇਸ਼ ਸੱਚਾ ਗਿਆਨ, ਇਹ ਜਦ ਦੁਨੀਆ ਸਾਜੀ ਨਹੀਂ ਸੀ ਤਦ ਵੀ ਸੱਚਾ ਗਿਆਨ ਸੀ। ਹਰ ਵਰਤਾਰੇ ਵਿੱਚ ਆਪਾਂ ਪਿੱਛੇ ਵਿਚਾਰਿਆ ਸੀ, ਭਗਤਾਂ ਦੀ ਪਕੜ ਵਿੱਚ ਆ ਗਿਆ। ਹੁਣ ਭਗਤ ਫਰੀਦ ਜੀ ਨੇ ਕੋਇਲ ਨੂੰ ਵੇਖਿਆ, ਕੋਇਲ ਦੇ ਕਾਲੇ ਰੰਗ ਨੂੰ ਦੇਖਿਆ, ਉਹਦੇ ਚੋਂ ਸੱਚਾ ਗਿਆਨ ਸਿੱਖ ਲਿਆ। ਐ ਮਤ, ਜੇ ਤੂੰ ਪ੍ਰੀਤਮ ਤੋਂ ਵਿਛੜੀ ਹੋਈ ਹੈ, ਤੂੰ ਵੀ ਕੋਇਲ ਵਾਂਗੂ ਕਾਲੀ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਬਿਰਹ ਜਾਲੀ। ਪ੍ਰੇਮ ਦੇ ਵਿਛੋੜੇ ਵਿੱਚ ਤੇ ਨਾਲ ਕਿੱਦਾਂ ਸੱਚਾ ਗਿਆਨ ਦੇ ਦਿੱਤਾ, ਉਹ ਤਾਂ ਪ੍ਰੇਮ ਦੇ ਵਿਛੋੜੇ ਵਿੱਚ ਹੈ। ਐ ਮਤ ਤੂੰ ਔਗਣਾ ਵਿੱਚ ਕਾਲੀ ਹੈ। ਹੁਣ ਕੋਇਲ ਤਾਂ ਸਾਰੇ ਹੀ ਦੇਖਦੇ ਸੀ, ਪਰ ਉਸਨੂੰ ਭਗਤ ਫਰੀਦ ਜੀ ਨੇ ਉਹਦੇ ਵਿੱਚੋਂ ਸੱਚਾ ਗਿਆਨ ਪ੍ਰਾਪਤ ਕਰ ਲਿਆ। ਉਹ ਸੱਚਾ ਗਿਆਨ ਤੇ ਸਦਾ ਹੀ ਸੀ ਜਦ ਤੋਂ ਦੁਨੀਆ ਸਾਜੀ। ਉਹੀ ਸੱਚਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅੰਦਰ ਗੁਰ ਸਰੂਪ ਹੈ, ਗੁਰਦੇਵ ਸਰੂਪ। ਇੱਥੇ ਗੁਰੇ ਕਿਹਾ ਹੈ ਉਸਨੂੰ। ਉਹ ਗੁਰ ਸਰੂਪ ਜੋ ਸਦਾ ਹੀ ਸੀ, ਮੁੱਢ ਤੋਂ ਹੈ। ਨਮଃ, ਉਹਨੂੰ ਸਮਰਪਿਤ ਹੋ, ਉਹਨੂੰ ਮੰਨ, ਫੁੱਲੀ ਸਰੈਂਡਰ ਹੋ। ਨਮਸਕਾਰ ਦੇ ਅਰਥ ਇਹ ਨਹੀਂ ਹੁੰਦਾ ਮੱਥਾ ਟੇਕ ਦਿੱਤਾ, ਕਿਉਂਕਿ ਆਸਾ ਰਾਗ ਦੀ ਵਾਰ ਵਿੱਚ ਕਹਿ ਦਿੱਤਾ, ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ। ਮੱਥਾ ਤਾਂ ਟੇਕ ਦਿੱਤਾ, ਸਿਰ ਤਾਂ ਝੁਕਾ ਦਿੱਤਾ, ਸਲਾਮ ਤਾਂ ਕਰਤੀ, ਮੰਨ ਰਿਹਾ ਨਹੀਂ ਤੂੰ ਹੁਕਮ, ਉਪਦੇਸ਼ ਮੰਨ ਨਹੀਂ ਰਿਹਾ, ਤਾਂ ਅੰਦਰੋਂ ਖਾਲੀ ਆਖੋ ਵਾਹਿਗੁਰੂ, ਮੁੰਡੋ ਕੁੱਥੇ ਜਾਏ। ਉਹ ਗੁਰ ਸਰੂਪ ਸੱਚਾ ਗਿਆਨ ਮੁੱਢ ਤੋਂ ਸੀ, ਜੁਗਾਦ ਗੁਰੇ ਨਮః। ਜਦੋਂ ਜੁਗਾ ਜੁਗੰਤਰ ਜਾਣੀ ਗਿਣਤੀ ਮਿਣਤੀ ਸ਼ੁਰੂ ਹੋਈ, ਜਿਹਨੂੰ ਸਾਇੰਸ
ਅੱਜ ਆਪਾਂ ਜਿਹੜੇ ਯੂਨੀਵਰਸ ਵਿੱਚ ਜਿਉ ਰਹੇ ਹਾਂ ਨਾ, ਇਹ ਇੱਕ ਬ੍ਰਹਿਮੰਡ ਹੈ। ਇਹ ਤੋਂ ਇਲਾਵਾ ਹੋਰ ਵੀ ਹੈ। ਅੱਜ ਤਾਂ ਸਾਇੰਸ ਨੇ ਕਮਾਲ ਕਰ ਦਿੱਤੀ। ਸਾਇੰਸ ਦੀ ਰਿਸਰਚ ਤਾਂ ਇਹ ਕਹਿ ਰਹੀ ਹੈ ਕਿ ਆਪਾਂ ਜਿਹੜੇ ਸੌਰ ਮੰਡਲ ਵਿੱਚ ਰਹਿ ਰਹੇ ਹਾਂ ਨਾ, ਜਿਹੜਾ ਸੂਰਜ ਹੈ, ਸੂਰਜ ਦੇ ਦੁਆਲੇ 8 ਪਲੈਨਟ ਨੇ, ਜਿਹੜੇ 9 ਪੜ੍ਹਾਏ ਜਾ ਰਹੇ ਸੀ ਹੁਣ ਪਿੱਛੇ ਜਿਹਾ ਇਸ ਗੱਲ ਤੇ ਮੋਹਰ ਲਾ ਦਿੱਤੀ ਕਿ ਪਲੂਟੋ ਨਾਮ ਦਾ ਗ੍ਰਹਿ ਜਿਹੜਾ ਹੈ ਹੀ ਨਹੀਂ ਹੈ, ਉਹ 8 ਹੀ ਨੇ। ਇਹ ਜਿਹੜੇ 8 ਨੇ ਨਾ, ਉਹਨਾਂ ਚੋਂ ਇੱਕ ਧਰਤੀ ਹੈ, 7 ਹੋਰ ਨੇ, ਜਿਹਦੇ ਤੋਂ ਮੰਗਲ ਦੇ ਉੱਪਰ ਜਿਹੜਾ ਹੈ ਉਹ ਕਾਫੀ ਪ੍ਰਾਪਤੀਆਂ ਸਾਇੰਸ ਕਰ ਰਹੀ ਹੈ। ਫਿਰ ਚੰਦਰਮਾ ਦੀਆਂ ਕਾਫੀ ਖੋਜਾਂ ਕਰ ਚੁੱਕੀ ਹੈ। ਬਾਕੀਆਂ ਦੀਆਂ ਹਾਲੇ ਖੋਜਾਂ ਸ਼ੁਰੂ ਨਹੀਂ ਹੋਈਆਂ। ਇਹ ਜਿਹੜੇ 8 ਗ੍ਰਹਿ ਨੇ, ਉਹਨਾਂ 8 ਵਿੱਚੋਂ ਇੱਕ ਧਰਤੀ ਹੈ। ਇਹ 8 ਦੇ 8 ਸੂਰਜ ਦੁਆਲੇ ਘੁੰਮਦੇ ਨੇ। ਕਹਿੰਦੇ ਜਿਹੜੀ ਗਲੈਕਸੀ ਹੈ ਨਾ, ਟੋਟਲ ਸੁਪਰ ਗਲੈਕਸੀਜ਼, ਸਮੁੱਚਾ ਯੂਨੀਵਰਸ, ਉਹਦੇ ਚੋਂ ਜਿਹੜਾ ਸੂਰਜ ਹੈ ਨਾ, ਕਹਿੰਦੇ ਇੱਕ ਤਾਰਾ ਹੈ। YouTube ਤੇ ਇੱਕ 5 ਮਿੰਟ ਦੀ ਵੀਡੀਓ ਹੈ, ਹਾਊ ਬਿਗ ਇਜ਼ ਦਾ ਯੂਨੀਵਰਸ, ਕਦੀ ਦੇਖਿਓ 5 ਮਿੰਟ। ਸੁਪਰ ਗਲੈਕਸੀਜ਼ ਦੇ ਵਿੱਚ ਇਹ ਸੂਰਜ ਇੱਕ ਤਾਰਾ ਹੈ। ਉਸ ਤਾਰੇ ਦੇ ਦੁਆਲੇ ਇਹ ਛੋਟੇ ਛੋਟੇ ਕਣ ਨੇ, 8 ਜਿਹੜੇ ਘੁੰਮਦੇ ਪਏ ਨੇ। ਉਹਨਾਂ 8 ਕਣਾਂ ਚੋਂ, ਕਿਣਕਿਆਂ ਚੋਂ ਇੱਕ ਕਿਣਕਾ ਧਰਤੀ ਹੈ, ਤੇ ਉਸ ਧਰਤੀ ਦੇ ਕਿਣਕੇ ਤੇ ਅਸੀਂ ਇੱਕ ਛੋਟਾ ਜਿਹਾ ਪਤਾ ਨਹੀਂ ਕੀ ਆਖੋ। ਇਹ ਜਿਹੜਾ ਸੌਰ ਮੰਡਲ ਹੈ, ਇਹਨੂੰ ਸਾਇੰਸ ਕਹਿੰਦੀ ਬਿਗ ਬੈਂਗ ਹੋਇਆ ਸੀ, ਗੈਸਾਂ ਦਾ ਮਿਸ਼ਰਣ ਹੋਇਆ ਸੀ, ਉਹਦੇ ਚੋਂ ਪਲੈਨਟ ਬਣੇ ਸੀ। ਇਹਦਾ ਮਤਲਬ ਉਦੋਂ ਤੋਂ ਗਿਣਤੀ ਮਿਣਤੀ ਸ਼ੁਰੂ ਹੋ ਗਈ। ਇਸ ਤੋਂ ਇਲਾਵਾ ਜੋ ਕੁਛ ਹੈ ਉਹਦਾ ਹਾਲੇ ਭੇਦ ਹੀ ਕੋਈ ਨਹੀਂ। ਜਦ ਤੋਂ ਗਿਣਤੀ ਮਿਣਤੀ ਸ਼ੁਰੂ ਹੋਈ, ਤਦ ਵੀ ਇਹ ਗੁਰਦੇਵ ਸਰੂਪ ਸੱਚਾ ਸਰੂਪ ਸੀ, ਉਸ ਨੂੰ ਸਮਰਪਿਤ ਹੋਣਾ ਹੈ। ਸਤਿਗੁਰੇ ਨਮଃ। ਉਹ ਗੁਰਦੇਵ ਸਰੂਪ ਜੋ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਦੀ ਆਵਾਜ਼ ਹੈ, ਸਤਿਗੁਰ ਸਰੂਪ ਹੈ। ਰੱਬ ਸੱਚਾ ਗਿਆਨ ਬਣ ਕੇ ਭਗਤਾਂ ਦੇ, ਭੱਟਾਂ ਦੇ, ਗੁਰਸਿੱਖਾਂ ਦੇ ਅੰਦਰ ਆਏ, ਅੰਦਰੋਂ ਆਵਾਜ਼ ਬਣ ਕੇ ਗੂੰਜੇ। ਉਹ ਆਵਾਜ਼ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਗੁਰਬਾਣੀ ਪੜ੍ਹਨੀ ਸੁਣਨੀ, ਇਹ ਸੋਚ ਕੇ ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਸਤਿਗੁਰ ਸਰੂਪ ਹੈ। ਨਮଃ ਜੋ ਕਹਿ ਰਹੇ ਨੇ, ਉਹਨੂੰ ਸਮਰਪਿਤ ਹੋਣਾ, ਮੰਨਣਾ ਹੈ। ਸ਼੍ਰੀ ਗੁਰਦੇਵ ਏ ਨਮଃ। ਉਹ ਜੋ ਆਵਾਜ਼ ਹੈ, ਉਹਦੇ ਜੋ ਉਪਦੇਸ਼ ਹੈ, ਸੱਚਾ ਗਿਆਨ ਸ਼੍ਰੀ ਗੁਰਦੇਵ ਹੈ, ਸਭ ਤੋਂ ਉੱਤਮ ਸੋਝੀ ਦੇਣ ਵਾਲਾ ਗਿਆਨ ਹੈ, ਉਹਨੂੰ ਸਮਰਪਿਤ ਹੋਣਾ ਹੈ। ਇੱਥੇ ਸ਼ੁਰੂਆਤ ਹੀ ਨਹੀਂ ਹੋ ਪਾ ਰਹੀ। ਅਸੀਂ ਕਹਿੰਦੇ ਪੜ੍ਹ ਲਿਆ, ਇੰਨੇ ਵਾਰੀ ਪੜ੍ਹ ਲਿਆ ਤੇ ਸੁੱਖ ਮਿਲੇਗਾ। ਸੁੱਖ ਦੇਣ ਵਾਲੀ ਬਾਣੀ ਹੈ, ਉਹ ਵੀ ਇਦਾਂ ਕਿ ਪੜ੍ਹ ਅਸੀਂ ਦਿੰਦੇ ਹਾਂ, ਤੁਸੀਂ ਸਾਨੂੰ ਭੇਟਾ ਦੇ ਦਿਓ, ਸੁੱਖ ਤੁਹਾਨੂੰ ਆ ਜਾਣਗੇ। ਇਦਾਂ ਵੀ ਸਾਨੂੰ ਉਲਝਾ ਲਿਆ ਗਿਆ। ਤੁਸੀਂ ਭਾਗਾਂ ਵਾਲੇ ਹੋ, ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਹੋ। ਹਰ ਸਿੱਖ ਨੂੰ ਆਪ ਜਾਣਨਾ ਚਾਹੀਦਾ, ਮੇਰੇ ਗੁਰੂ ਸਾਹਿਬ ਮੈਨੂੰ ਕਹਿ ਕੀ ਰਹੇ ਨੇ, ਤੇਰੀ ਤੇ ਮੰਨੇਗਾ ਨਾ ਜੇ ਪਤਾ ਲੱਗੇਗਾ। ਇਹ ਸਟਾਰਟਿੰਗ ਤੇ ਸ਼ੁਰੂਆਤ ਹੈ, ਸ਼ਲੋਕ ਹੈ। ਅਸ਼ਟਪਦੀ ਅੱਗੋਂ ਹੁਣ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਜਦੋਂ ਗੁਰਦੇਵ ਸਰੂਪ ਨੂੰ ਸਮਰਪਿਤ ਹੋਵਾਂਗੇ, ਸੁਭਾਅ ਗੁਰਮੁਖ ਬਣੇਗਾ, ਸੋਚ ਗੁਰਮਤਿ ਵਾਲੀ ਬਣੇਗੀ। ਤੇ ਕੱਲਾ ਸੋਚ ਸੁਭਾਅ ਨਹੀਂ, ਅੰਦਰ ਇੱਕ ਯਾਦਾਸ਼ਤ ਹੈ, ਮੈਮਰੀ ਪਾਵਰ। ਉਸ ਮੈਮਰੀ ਪਾਵਰ ਵਿੱਚ ਹਰ ਵੇਲੇ ਯਾਦਾਂ ਚੱਲਦੀਆਂ ਨੇ। ਆਲਵੇਜ਼ ਇਨ ਵਰਕਿੰਗ ਪ੍ਰੋਸੈਸ ਹੈ ਸਾਡਾ ਮੈਮਰੀ ਪਾਵਰ। ਆਵਰ ਮੈਮਰੀ ਪਾਵਰ ਇਜ਼ ਆਲਵੇਜ਼ ਇਨ ਵਰਕਿੰਗ ਪ੍ਰੋਸੈਸ। ਹਰ ਵੇਲੇ ਉਹ ਕੁਛ ਨਾ ਕੁਛ ਕਰਦੀ ਰਹਿੰਦੀ ਹੈ, ਕੁਛ ਨਾ ਕੁਛ ਯਾਦਾਂ ਚੱਲਦੀਆਂ ਰਹਿੰਦੀਆਂ ਨੇ। ਉਹਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਚੱਲੇ, ਉਹਨੂੰ ਸਿਮਰਨ ਕਹਿੰਦੇ ਨੇ। ਆਖੋ ਵਾਹਿਗੁਰੂ। ਉਸ ਸਿਮਰਨ ਦੇ ਲਈ ਕੋਈ 1 ਘੰਟਾ, ਕੋਈ 2 ਘੰਟੇ, ਕੋਈ 4 ਘੰਟੇ ਭਗਤੀ ਸਿਮਰਨ ਅਭਿਆਸ ਕਰਦਾ ਹੈ। ਕੋਈ ਸੰਗਤ ਕਰਦਾ ਹੈ, ਕੋਈ ਨਿਤਨੇਮ ਕਰਦਾ ਹੈ, ਕੋਈ ਸਹਿਜ ਪਾਠ ਕਰਦਾ ਹੈ, ਕੋਈ ਇਕਾਗਰਤਾ 'ਚ ਬੈਠਦਾ ਹੈ। ਕੌਣ ਕਿਵੇਂ ਕਰਦਾ ਹੈ, ਇਹ ਉਹਦਾ ਪਰਸਨਲ ਹੈ। ਉਸ ਤੋਂ ਬਾਅਦ ਜਦੋਂ ਜਿਉਂਦਾ ਹੈ, ਉਹ 1 ਘੰਟਾ, 2 ਘੰਟੇ, 4 ਘੰਟੇ ਤੋਂ ਬਾਅਦ ਅੱਗੇ ਗੱਲ ਕਰ। ਟੀਨ ਏਜ ਦੇ ਵਿੱਚ ਸਕੂਲ ਪੜ੍ਹਨਾ ਹੈ, ਜਵਾਨੀ ਦੇ ਵਿੱਚ ਫਿਰ ਉਹਨੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਨੇ, ਕਾਰੋਬਾਰ ਕਰਨਾ ਹੈ। ਧਰਮ ਨੂੰ ਇੱਦਾਂ ਨਾ ਸਮਝਿਓ ਕਿ ਰਿਟਾਇਰ ਹੋਣ ਵਾਲਿਆਂ ਲਈ ਧਰਮ ਹੈ, ਵਿਹਲੇ ਲੋਕਾਂ ਲਈ ਧਰਮ ਹੈ। ਇੱਦਾਂ ਤੇ ਜੋਗੀਆਂ ਨੇ ਸਿਖਾਇਆ ਸੀ, ਇੱਦਾਂ ਤੇ ਸੰਨਿਆਸੀਆਂ ਨੇ ਸਿਖਾਇਆ ਸੀ ਕਿ ਧਰਮ ਨਿਭਾਉਣ ਵਾਸਤੇ ਤਾਂ ਘਰ-ਬਾਰ ਛੱਡਣਾ ਪਵੇਗਾ। ਜੋਗੀ ਕਹਿੰਦੇ ਸੀ ਇਕਾਂਤ ਵਿੱਚ ਹਨੇਰੇ 'ਚ ਬੈਠਣਾ ਪਵੇਗਾ। ਗੁਰਮਤਿ ਨੇ ਨਹੀਂ। ਬਾਬਾ ਖੇਤੀ ਕਰਦੇ ਸੀ ਕਰਤਾਰਪੁਰ ਵਿੱਚ, ਸੁਲਤਾਨਪੁਰ ਲੋਧੀ ਮੋਦੀਖਾਨੇ ਦੀ ਜੌਬ ਕਰਦੇ ਸੀ। ਬੜੀ ਦੂਰ ਦੂਰ ਤੱਕ ਲੋਕਾਂ ਦੇ ਨਾਲ ਵਾਹ ਪਏ, ਵੱਟੇ ਵੀ ਖਾਧੇ ਲੋਕਾਂ ਦੇ, ਪੂਤਨਾ ਬੇਤਾਲਾ ਵੀ ਖਾਇਆ।
ਜ਼ਿੰਦਗੀ ਜਿਉਣ ਦੀ ਜੁਗਤ ਦੱਸੀ, ਤੂੰ ਅਭਿਆਸ ਕਰ ਭਾਵੇਂ 1 ਘੰਟਾ, ਭਾਵੇਂ 4 ਘੰਟੇ, ਭਾਵੇਂ 5 ਘੰਟੇ। ਚਾਹੇ ਤੇਰਾ ਅਭਿਆਸ ਸਿਮਰਨ ਦੇ ਰੂਪ ਵਿੱਚ ਹੋਵੇ, ਭਜਨ ਬੰਦਗੀ ਦੇ ਰੂਪ ਵਿੱਚ ਹੋਵੇ, ਸਮਾਧੀ ਦੇ ਰੂਪ ਵਿੱਚ ਹੋਵੇ, ਚਾਹੇ ਤੇਰਾ ਅਭਿਆਸ ਨਿਤਨੇਮ ਦੇ ਰੂਪ ਵਿੱਚ ਹੈ, ਚਾਹੇ ਤੇਰਾ ਅਭਿਆਸ ਸਤ ਸੰਗਤ ਕਰਨ ਦੇ ਰੂਪ ਵਿੱਚ ਹੈ, ਚਾਹੇ ਤੇਰਾ ਅਭਿਆਸ ਪਾਠ ਕਰਨ ਦੇ ਵਿੱਚ ਹੈ, ਚਾਹੇ ਤੇਰਾ ਅਭਿਆਸ ਨਿਤਨੇਮ ਹੈ, ਚਾਹੇ ਤੇਰਾ ਅਭਿਆਸ ਪ੍ਰੈਕਟਿਸ ਜਿਹੜੀ ਹੈ ਉਹ ਸਹਿਜ ਪਾਠ ਦੇ ਰੂਪ ਵਿੱਚ ਹੈ, ਪਰ ਇਹਦਾ ਫਲ ਕੀ ਹੋਣਾ ਚਾਹੀਦਾ ਹੈ? ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ। ਤੇ ਸਤਿਗੁਰੂ ਜੀ ਕਹਿੰਦੇ ਸਿਮਰਉ ਸਿਮਰ ਸਿਮਰ ਸੁਖ ਪਾਵਉ। ਜਿੱਥੇ ਕਿਰਿਆ ਦੇ ਅਖੀਰ ਤੇ ਊੜੇ ਨੂੰ ਔਂਕੜ ਹੁੰਦਾ ਹੈ, ਉੱਥੇ ਆਪਣੀ ਕਿਰਿਆ ਹੁੰਦੀ ਹੈ। ਮੈਂ ਕਰਦਾ ਹਾਂ, ਦੇਖਦਾ ਹਾਂ, ਬੋਲਦਾ ਹਾਂ, ਸੁਣਦਾ ਹਾਂ। ਇੱਦਾਂ ਜਿਹੜੇ ਸ਼ਬਦ ਆਉਣਗੇ ਨਾ, ਉੱਤੇ ਊੜੇ ਨੂੰ ਔਂਕੜ ਆਏਗਾ। ਸੁਣੋ, ਵੇਖੋ, ਬੋਲੋ, ਖਾਵੋ, ਜਾਵੋ, ਪੀਵੋ। ਜਿੱਥੇ ਦੂਜੇ ਨੂੰ ਕਰਨ ਨੂੰ ਕਿਹਾ ਜਾਂਦਾ ਹੈ, ਕਮਾਂਡ ਕਹਿੰਦੇ ਆ ਜਿਹਨੂੰ ਆਪਾਂ ਕਮਾਂਡ ਕਰਨੀ, ਜਾਂ ਵੋਕੇਟਿਵ ਕੇਸ ਕਹਿੰਦੇ ਆ, ਜਿਹਨੂੰ ਸੰਬੋਧਕੀ ਸ਼ਬਦ ਕਹਿੰਦੇ ਆ। ਸੰਬੋਧਨ ਕਰਨਾ, ਦੂਸਰੇ ਨੂੰ ਕਹਿਣਾ, ਹੁਕਮ ਕਰਨਾ, ਬੇਨਤੀ ਕਰਨੀ, ਕੰਮ ਕਰਨ ਨੂੰ ਕਹਿਣਾ, ਉੱਥੇ ਅਖੀਰ ਤੇ ਹਾਹੇ ਨੂੰ ਔਂਕੜ ਹੁੰਦਾ ਹੈ। ਸੁਣੋ, ਪਾਵੋ, ਜਾਵੋ, ਕਰੋ। ਇਹ ਗੁਰਬਾਣੀ ਗ੍ਰਾਮਰ ਹੈ, ਹਰ ਇੱਕ ਨੂੰ ਸਿੱਖਣੀ ਚਾਹੀਦੀ ਹੈ। ਇਹ ਅਰਥਾਂ ਸਮੇਤ ਸਹਿਜ ਪਾਠ ਦੀ ਸਾਰੀ ਰਿਕਾਰਡਿੰਗ ਤੋਂ ਬਾਅਦ ਗੁਰਬਾਣੀ ਗ੍ਰਾਮਰ ਦੀ ਵੀ ਅਲੱਗ ਸੀਰੀਜ਼ ਤੁਹਾਡੇ ਤੱਕ ਪਹੁੰਚੇਗੀ। ਸਿੱਖਣੀ ਚਾਹੀਦੀ ਹੈ। ਇੱਥੇ ਊੜੇ ਨੂੰ ਔਂਕੜ ਆਪਣੀ ਕਿਰਿਆ ਹੈ। ਸਤਿਗੁਰੂ ਜੀ ਕਹਿੰਦੇ ਮੈਂ ਹਰ ਵੇਲੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਰੱਖਦਾ ਤੇ ਉਹਨੂੰ ਯਾਦ ਰੱਖ ਰੱਖ ਕੇ ਆਤਮਿਕ ਸੁੱਖ ਪਾਉਣਾ। ਹੁਣ ਦੇਖਿਓ ਜਰਾ, ਸੀਸ ਤੇ ਤੱਤੀ ਰੇਤ ਦੇ ਕੜਛੇ ਪੈ ਰਹੇ ਸੀ, ਤੱਤੀ ਤਵੀ ਤੇ ਬੈਠੇ ਸੀ ਤੇ ਕਹਿ ਕੀ ਰਹੇ ਸੀ? ਵਾਹਿਗੁਰੂ ਜੀ ਤੇਰਾ ਕੀਆ ਮੀਠਾ ਲੱਗੇ। ਅਸੀਂ ਕੀ ਕਹਿ ਰਹੇ ਸੀ? ਚੰਦੂ ਕਰਵਾ ਰਿਹਾ, ਅਸੀਂ ਕਹਿ ਰਹੇ ਜਹਾਂਗੀਰ ਕਰਵਾ ਰਿਹਾ, ਅਸੀਂ ਕਹਿ ਰਹੇ ਸੀ ਭੜਪੂੰਜਾ ਪਾ ਰਿਹਾ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦਾ ਕੌਤਕ ਹੈ, ਆਖੋ ਵਾਹਿਗੁਰੂ। ਉਹਨੂੰ ਹਰ ਵੇਲੇ ਯਾਦ ਰੱਖ ਕੇ ਜਦੋਂ ਸੁੱਖ ਮਾਣਦੇ ਆ ਨਾ, ਦਾਤਾਂ ਮਾਣਦੇ, ਜੇ ਤਾਂ ਵਾਹਿਗੁਰੂ ਜੀ ਯਾਦ ਹੈ ਤਾਂ ਸ਼ੁਕਰਾਨਾ ਹੈ, ਨਹੀਂ ਤੇ ਪਤਾ ਹੀ ਨਹੀਂ ਲੱਗਦਾ। ਡਾਈਨਿੰਗ ਟੇਬਲ ਤੇ ਖਾਣਾ ਰੱਖਿਆ, ਪਤਾ ਹੀ ਨਹੀਂ ਲੱਗਿਆ ਕਦੋਂ ਅਸੀਂ ਸੈਲਡ ਪਾ ਕੇ ਮੂੰਹ 'ਚ ਪਾ ਲਿਆ। ਸੋਚਿਆ ਹੀ ਨਹੀਂ ਪਹਿਲਾਂ 2 ਪੰਕਤੀਆਂ ਪੜ੍ਹ ਲਈਏ, ਪਹਿਲਾਂ ਛੋਟੀ ਜਿਹੀ ਅਰਦਾਸ ਕਰ ਲਈਏ ਵਾਹਿਗੁਰੂ ਜੀ ਦੇ ਅੱਗੇ। ਸੋਚਿਆ ਹੀ ਨਹੀਂ, ਕਿਉਂਕਿ ਯਾਦ ਹੀ ਨਹੀਂ ਆਈ। ਕੱਪੜੇ ਪਹਿਨੇ ਨੇ ਨਾ, ਯਾਦ ਹੀ ਨਹੀਂ ਆਇਆ। ਕਹਿੰਦੇ ਪਏ ਆ ਤਾਜ ਹੈ ਗੁਰੂ ਦਾ। ਸਵੇਰੇ ਦਸਤਾਰ ਸਜਾਉਂਦਾ ਬੰਦਾ, ਆਪਣੀ ਦਸਤਾਰ ਸਮਝ ਕੇ ਸਜਾਉਂਦਾ, ਪਤਾ ਨਹੀਂ ਕੀ ਕੀ ਵਿਚਾਰ ਚੱਲ ਰਹੇ ਹੁੰਦੇ ਨੇ। ਗੁਰੂ ਦਾ ਤਾਜ ਤਾਂ ਚੇਤੇ ਹੀ ਨਹੀਂ ਆਇਆ, ਆਖੋ ਵਾਹਿਗੁਰੂ। ਕਿਉਂਕਿ ਯਾਦਾਸ਼ਤ ਵਿੱਚ ਹਾਲੇ ਅਭਿਆਸ ਨੇ ਫਲ ਨਹੀਂ ਲਾਇਆ, ਆਖੋ। ਜਦੋਂ ਤੇਰਾ ਅਭਿਆਸ ਮਨਾ ਫਲ ਲੱਗੇਗਾ ਨਾ, ਫਿਰ ਗੁਰੂ ਦੀ ਇਹ ਗੱਲ ਸਮਝ ਆਏਗੀ। ਵਾਹਿਗੁਰੂ ਜੀ ਨੂੰ ਹਰ ਵੇਲੇ ਯਾਦ ਰੱਖ ਰੱਖ ਕੇ, ਯਾਦ ਕਰ ਕਰਕੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਆਤਮਿਕ ਸੁਖ ਪ੍ਰਾਪਤ ਕਰਦਾ ਹਾਂ। ਕਲ ਕਲੇਸ਼ ਤਨ ਮਾਹਿ ਮਿਟਾਵੋ। ਵਾਹਿਗੁਰੂ ਜੀ ਨੂੰ ਯਾਦ ਰੱਖ ਕੇ ਇਹ ਜਿਹੜਾ ਮਨ ਹੈ ਨਾ, ਇਹ ਉਪਦੇਸ਼ਾਂ ਦੇ ਉਲਟ ਚੱਲਦਾ ਹੈ। ਉਪਦੇਸ਼ ਕੁਛ ਹੋਰ ਕਹਿ ਰਹੇ ਨੇ, ਮਨ ਕੁਛ ਹੋਰ ਕਹਿ ਰਿਹਾ। ਗੁਰੂ ਦੇ ਉਪਦੇਸ਼ ਕਹਿ ਰਹੇ ਨੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਤੇ ਮਨ ਕੀ ਕਰਦਾ ਹੈ? ਸੁਭਾਅ ਕੀ ਕਰਦਾ ਹੈ? ਨਿੰਦਾ ਸੁਣਦਾ, ਨਿੰਦਾ ਕਰਦਾ ਹੈ। ਕਲੇਸ਼ ਹੈ, ਬਣਦੀ ਨਹੀਂ ਆਪਸ ਵਿੱਚ। ਤੇ ਜੇ ਵਾਹਿਗੁਰੂ ਚੇਤੇ ਆ ਜਾਣ, ਸੱਚਾ ਗਿਆਨ ਬਣ ਕੇ ਗੁਰਦੇਵ ਸਰੂਪ ਦੇ ਵਿੱਚ, ਗੁਰਦੇਵ ਸਰੂਪ ਵਿੱਚ ਯਾਦ ਆ ਜਾਣ ਤੇ ਸਮਰਪਿਤ ਹੋਣਾ ਹੋਵੇ ਨਾ, ਫਿਰ ਕਲੇਸ਼ ਮਿਟ ਜਾਏਗਾ, ਆਖੋ ਵਾਹਿਗੁਰੂ। ਇੱਦਾਂ ਅੰਦਰੋਂ ਇਹ ਕਲੇਸ਼ ਮਿਟਾ ਲੈਂਦਾ ਹਾਂ। ਉਸ ਕਲੇਸ਼ ਕਰਕੇ ਅੰਦਰ ਕਲਯੁਗ ਦਾ ਮਾਹੌਲ ਬਣਦਾ ਹੈ। ਕਲਯੁਗ, ਸਤਯੁਗ, ਦੁਆਪਰ, ਤ੍ਰੇਤਾ ਬਾਹਰ ਨਹੀਂ, ਗੁਰਮਤਿ ਅਨੁਸਾਰ ਅੰਦਰ ਹੈ। ਜੇ ਕੋਈ ਗੁਰਬਾਣੀ 'ਚੋਂ ਸਤਯੁਗ, ਤ੍ਰੇਤਾ, ਦੁਆਪਰ ਦੀ ਵਿਆਖਿਆ ਬਾਹਰੀ ਰੂਪ ਵਿੱਚ ਕਰ ਰਿਹਾ ਨਾ, ਤਾਂ ਉਹ ਆਨ ਮਤ ਦੇ ਪ੍ਰਭਾਵ ਵਿੱਚ ਕਰ ਰਿਹਾ। ਗੁਰਮਤਿ ਵਿੱਚ ਦ੍ਰਿਸ਼ਟੀਕੋਣ ਵੱਖਰੇ ਨੇ। ਅਰਥਾਂ ਸਮੇਤ ਸਹਿਜ ਪਾਠ ਕਰਾਂਗੇ, ਬਹੁਤ ਸਾਰੇ ਦ੍ਰਿਸ਼ਟੀਕੋਣ ਸਮਝ ਲੱਗਣਗੇ, ਆਖੋ ਵਾਹਿਗੁਰੂ। ਸਿਮਰਹੁ ਜਾਸ ਵਿਸ਼ੰਬਰ ਏਕ ਹੈ। ਵਿਸ਼ੰਬਰ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਜੀ ਨੂੰ ਹਰ ਵੇਲੇ ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਚਾਹੀਦਾ, ਆਖੋ ਵਾਹਿਗੁਰੂ। ਨਾਮ ਜਪਤ ਅਗਨਤ ਅਨੇਕਾ ਹੈ। ਹੁਣ ਇੱਥੇ ਸਤਿਗੁਰੂ ਜੀ ਕਹਿੰਦੇ ਅਨੇਕਾਂ ਜੀਵ ਉਸ ਦੇ ਨਾਮ ਨੂੰ ਜਪਦੇ ਨੇ, ਅਨੇਕਾਂ ਤਰ੍ਹਾਂ ਨਾਲ ਜਪਦੇ ਨੇ। ਪਿੱਛੇ ਸਿਮਰੋਂ ਕਿਹਾ ਸੀ, ਇੱਥੇ ਜਪਣਾ ਕਿਹਾ। ਜਪਣਾ ਜਿਉਣਾ ਹੁੰਦਾ ਹੈ, ਯਾਦ ਰੱਖਿਓ। ਸਿਮਰਨ ਦਾ ਸੰਬੰਧ ਯਾਦਾਸ਼ਤ ਨਾਲ ਹੁੰਦਾ ਹੈ, ਚੇਤੇ ਸ਼ਕਤੀ ਨਾਲ। ਜਿੱਥੇ ਜਿੱਥੇ ਚਿੱਤ ਸ਼ਬਦ ਆਉਂਦਾ ਨਾ, ਉਹਨੂੰ ਮੈਮਰੀ ਪਾਵਰ ਨਾਲ ਰਿਲੇਟ ਕਰਕੇ ਸਮਝਣ ਦਾ ਯਤਨ ਕਰਿਓ, ਤਾਂ ਅਸੀਂ ਲਾਈਫ ਨਾਲ ਰੈਲੇਵੈਂਟ ਕਰ ਸਕਾਂਗੇ, ਗੁਰਬਾਣੀ ਨੂੰ ਸਮਝ ਸਕਾਂਗੇ। ਜਪਣ ਦਾ ਸੰਬੰਧ ਜ਼ਿੰਦਗੀ ਜਿਉਣ ਨਾਲ ਹੁੰਦਾ ਹੈ। ਇੱਥੇ ਨਾਮ ਸੱਚਾ ਗਿਆਨ ਹੈ, ਰੱਬ ਦਾ ਨਿਜ਼ਮ ਉਪਦੇਸ਼।
ਇਹਨਾਂ ਉਪਦੇਸ਼ਾਂ ਨੂੰ ਅਣਗਿਣਤ ਤਰੀਕਿਆਂ ਨਾਲ ਅਣਗਿਣਤ ਜੀਵ ਜਪਦੇ ਨੇ, ਜਿਉਂਦੇ ਨੇ। ਛੋਟੀ ਜਿਹੀ ਉਦਾਹਰਨ ਦੇਵਾਂ, ਵੱਡਾ ਜ਼ਿਕਰਾ ਕਰਕੇ ਸੁਣਿਓ, ਸੌਖੀ ਸਮਝ ਆ ਜਾਏਗੀ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਨਾ ਮਿੱਠੀ ਬੋਲਣ ਦਾ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਦਿੱਤਾ ਨਾ। ਉਪਦੇਸ਼ ਨੂੰ ਮੰਨਣਾ ਹੈ ਨਾ। ਕੀ ਸਾਡਾ ਮਨ ਨਹੀਂ ਖਿਝਦਾ? ਕੀ ਸਾਨੂੰ ਕ੍ਰੋਧ ਨਹੀਂ ਆਉਂਦਾ? ਜਦੋਂ ਮਨ ਖਿਝਿਆ ਹੁੰਦਾ, ਕ੍ਰੋਧ ਆਇਆ ਹੁੰਦਾ, ਮਿੱਠੇ ਬੋਲ ਹੁੰਦੇ ਨੇ? ਨਹੀਂ ਹੁੰਦੇ ਨਾ। ਕੋਇਲ ਦੇ ਹਰ ਵੇਲੇ ਮਿੱਠੇ ਬੋਲ ਹੁੰਦੇ ਨੇ, ਤੇ ਕੋਇਲ ਜਪਦੀ ਹੈ ਇਸ ਉਪਦੇਸ਼ ਨੂੰ, ਆਖੋ ਵਾਹਿਗੁਰੂ, ਜਪਦੀ ਹੈ। ਮਨੁੱਖ ਇਮਾਨਦਾਰ ਹੁੰਦਾ ਨਾ, ਤੇ ਮਨੁੱਖ ਬੇਈਮਾਨੀਆਂ ਵੀ ਕਰਦਾ ਨਾ। ਕੁੱਤਾ ਕਦੀ ਬੇਈਮਾਨੀ ਨਹੀਂ ਕਰਦਾ, ਕੁੱਤਾ ਵਫਾਦਾਰ ਹੁੰਦਾ ਹੈ। ਇਸ ਉਪਦੇਸ਼ ਨੂੰ ਜਿਉਂਦਾ, ਆਖੋ ਵਾਹਿਗੁਰੂ। ਜੇ ਤੂੰ ਇਦਾਂ ਦੇਖਣਾ ਹੈ ਨਾ, ਰੱਬ ਦੇ ਉਪਦੇਸ਼ਾਂ ਨੂੰ, ਸੱਚੇ ਗਿਆਨ ਨੂੰ ਕੌਣ ਕੌਣ ਜਿਉਂ ਰਿਹਾ ਹੈ, ਫਿਰ ਪਤਾ ਲੱਗੇਗਾ। ਹਵਾ, ਪਾਣੀ, ਅੱਗ, ਨਦੀਆਂ, ਨਾਲੇ, ਪਹਾੜ, ਸਾਰਾ ਕੁਛ ਉਹਦੇ ਉਪਦੇਸ਼ਾਂ ਨੂੰ ਜਿਉਂ ਰਿਹਾ, ਆਖੋ ਵਾਹਿਗੁਰੂ। ਇਸ ਲਈ ਗਾਵੈ ਤੁਹਨੋ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਤੇ ਵੀ ਕਹਿਤਾ, ਹੋਰ ਕੇਤੇ ਤੁਧਨੋਂ ਗਾਵਨ, ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਅਣਗਿਣਤ ਜੀਵ ਉਹਦੇ ਉਪਦੇਸ਼ਾਂ ਨੂੰ, ਗਿਆਨ ਰੂਪੀ ਨਾਮ ਨੂੰ ਜ਼ਿੰਦਗੀ ਜਿਉਂਦੇ ਨੇ, ਆਖੋ ਵਾਹਿਗੁਰੂ। ਵੇਦ ਪੁਰਾਨ ਸਿਮਰਤ ਸੁਦਾਖਰ, ਵੇਦ ਪੁਰਾਨ ਸਿਮਰਤੀਆਂ ਜਿਤਨੇ ਧਾਰਮਿਕ ਗ੍ਰੰਥ ਨੇ ਨਾ, ਉਹਨਾਂ ਵਿੱਚ ਸ਼ੁੱਧ ਅੱਖਰ, ਸ਼ੁੱਧ ਅੱਖਰ ਕੀ ਹੈ? ਪਵਿੱਤਰਤਾ। ਪਵਿੱਤਰਤਾ ਕੀ ਹੈ? ਸੱਚਾ ਗਿਆਨ। ਸੱਚਾ ਗਿਆਨ ਕੀ ਹੈ? ਰੱਬ ਦਾ ਰੂਪ। ਉਹ ਰੱਬ ਦੇ ਰੂਪ ਦਾ ਜੋ ਸੱਚਾ ਗਿਆਨ, ਪਵਿੱਤਰਤਾ, ਨਿਜ਼ਮ ਹੈ ਨਾ, ਉਸ ਨਿਜ਼ਮ ਨੂੰ ਆਪਣੀ ਆਪਣੀ ਸਮਝ ਅਨੁਸਾਰ ਦੁਨੀਆ ਦੇ ਸਾਹਮਣੇ ਰੱਖਿਆ। ਕੀਨੇ ਰਾਮ ਨਾਮ ਇੱਕ ਆਖਰ। ਪਰ ਉਸ ਵਾਹਿਗੁਰੂ ਜੀ ਦਾ ਜੋ ਗਿਆਨ ਰੂਪੀ ਨਾਮ ਹੈ ਨਾ, ਉਹ ਇੱਕ ਸਭ ਤੋਂ ਉੱਤਮ ਅੱਖਰ ਹੈ, ਸਭ ਤੋਂ ਉੱਤਮ ਗਿਆਨ ਹੈ, ਸਭ ਤੋਂ ਉੱਤਮ ਉਪਦੇਸ਼ ਹੈ ਉਹ। ਇਨਕਾ ਏਕ ਜਿਸ ਜੀਵ ਵਸਾਵੈ। ਉਹ ਉਪਦੇਸ਼ ਜਦੋਂ ਮਨ ਵਿੱਚ ਵਸ ਜਾਵੇ ਨਾ, ਕਿਣਕਾ ਵੀ ਵਸ ਗਿਆ ਨਾ, ਬਸ ਉਹ ਜਿਸ ਐਂਗਲ ਨਾਲ ਵਸਿਆ, ਉਹ ਸੁਭਾਅ ਉਦੋਂ ਹੀ ਟਲ ਜਾਏਗਾ ਉਸ ਵੇਲੇ। ਆ ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਦੋ ਹੈ ਨਿੰਦਾ ਦੇ ਰੂਪ। ਅਸੀਂ ਕਦੀ ਪਰਚੋਲਣ ਦਾ ਯਤਨ ਨਹੀਂ ਕਰਦੇ। ਇੱਕ ਬਾਹਰੋਂ ਨਿੰਦਾ ਇੰਸਟਾਲ ਹੁੰਦੀ ਹੈ ਸੁਣ ਕੇ, ਇੱਕ ਅੰਦਰੋਂ ਅੱਗ ਕੱਢੀ ਜਾਂਦੀ ਹੈ ਬੋਲ ਕੇ, ਆਖੋ ਵਾਹਿਗੁਰੂ। ਕਿਸੇ ਦੇ ਅੰਦਰ ਪਾਈ ਜਾਂਦੀ ਹੈ। ਇਹਨੂੰ ਹੋਰ ਸਮਝਿਓ। ਜਦੋਂ ਨਿੰਦਾ ਸੁਣਦੇ ਆ ਨਾ, ਜਿਹਦੀ ਸੁਣਦੇ ਆ ਉਹ ਤਾਂ ਬੈਠਾ ਨਹੀਂ ਹੁੰਦਾ, ਕਿਤੇ ਹੋਰ ਹੁੰਦਾ। ਇਹਦਾ ਮਤਲਬ ਸੁਣਾਉਣ ਵਾਲਾ ਉਹਦੇ ਬਾਰੇ ਨਫ਼ਰਤ ਸਾਡੇ ਅੰਦਰ ਪਾ ਰਿਹਾ ਹੈ। ਜਦੋਂ ਅਸੀਂ ਕਰ ਰਹੇ ਹਾਂ, ਅਸੀਂ ਕਿਸੇ ਦੇ ਅੰਦਰ ਨਫ਼ਰਤ ਪਾ ਰਹੇ ਹਾਂ, ਤੇ ਨਿੰਦਾ ਉਸੇ ਦੀ ਹੁੰਦੀ ਹੈ ਜਿਹਦੇ ਨਾਲ ਨਫ਼ਰਤ ਹੁੰਦੀ ਹੈ। ਬੰਦੇ ਨੂੰ ਆਪ ਨੂੰ ਨਹੀਂ ਪਤਾ ਲੱਗਦਾ। ਤੇ ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਜਿਸ ਦਿਨ ਇਹ ਵਸ ਗਈ ਨਾ ਹਿਰਦੇ 'ਚ, ਸੁਣਨੋਂ ਹਟ ਜਾਏਗਾ, ਆਖੋ ਵਾਹਿਗੁਰੂ। ਹੁਣ ਬੋਲਣੋਂ ਇੱਕ ਹੋਰ ਪੰਕਤੀ ਹੈ। ਇਹ ਪੰਕਤੀ ਤਾਂ ਸੁਣਨ ਬਾਰੇ ਕਹਿ ਰਹੀ ਹੈ। ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਉਹ ਪੰਕਤੀ ਕਹਿ ਰਹੀ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਕਰਨੀ। ਹੁਣ ਇਹ ਪੰਕਤੀ ਵਸ ਗਈ, ਜਿਸ ਦਿਨ ਹਿਰਦੇ 'ਚ ਵਸ ਗਈ ਨਾ, ਇਹ ਕਿਣਕਾ ਮਾਤਰ ਵੀ ਵਸ ਗਈ, ਤਾਂ ਹਟ ਜਾਏਗਾ। ਤੇ ਜਿੰਨਾ ਚਿਰ ਕਰ ਰਹੇ ਆ, ਆਪਾਂ ਸਾਰੇ ਹੀ ਕਰ ਰਹੇ ਆ, ਹਲੇ ਵਸੀ ਨਹੀਂ, ਆਖੋ ਵਾਹਿਗੁਰੂ। ਤੇ ਜਿਨ੍ਹਾਂ ਦੇ ਹਿਰਦੇ 'ਚ ਵਸਦੀ, ਤਾਂ ਕੀ ਮਹਿਮਾ ਗਨੀ ਨਾ ਆਵੈ। ਉਹਨਾਂ ਦੀ ਮਹਿਮਾ ਕਮਾਲ ਹੀ ਹੈ। ਉਹ ਸੁਭਾਅ, ਉਹ ਸੋਚ ਕਮਾਲ ਹੈ। ਉਹ ਵਡਿਆਈ ਗਿਣਤੀ ਮਿਣਤੀ ਵਿੱਚ ਨਹੀਂ, ਗਣੀ ਨਾ ਆਵੇ। ਕਾਂਖੀ ਇੱਕ ਹੈ ਦਰਸ ਤੁਹਾਰੋ। ਇੱਦਾਂ ਵਾਹਿਗੁਰੂ ਜੀ ਨੂੰ ਸੱਚੇ ਗਿਆਨ ਦੇ ਰੂਪ ਵਿੱਚ ਜਦੋਂ ਦਰਸ਼ਨ ਹੁੰਦੇ ਨੇ ਵਾਹਿਗੁਰੂ ਜੀ, ਉਹਦੀ ਅੰਦਰ ਕਾਂਖੀ ਹੁੰਦਾ, ਭੁੱਖ ਪਿਆਸ ਹੈ। ਮੇਰੇ ਅੰਦਰ ਐਸੀ ਇੱਕ ਤੜਫ ਹੈ, ਇੱਕ ਭੁੱਖ ਹੈ ਵਾਹਿਗੁਰੂ ਜੀ। ਤੁਸੀਂ ਸੱਚਾ ਗਿਆਨ ਬਣ ਕੇ, ਉਪਦੇਸ਼ ਬਣ ਕੇ, ਗੁਰ ਸਰੂਪ ਬਣ ਕੇ, ਗੁਰਦੇਵ ਸਰੂਪ ਬਣ ਕੇ, ਸਤਿਗੁਰ ਸਰੂਪ ਬਣ ਕੇ ਹਰ ਵੇਲੇ ਤੁਹਾਡੇ ਦਰਸ਼ਨ ਹੋਣ। ਨਾਨਕ ਉਨ ਸੰਗ ਮੋਹਿ ਉਧਾਰੋ। ਫਿਰ ਮੇਰੀ ਸੋਚ ਤੇ ਸੁਭਾਅ ਦਾ ਉਧਾਰ ਹੋ ਸਕਦਾ। ਫਿਰ ਮੈਂ ਇਹਨਾਂ ਆਦਤਾਂ ਤੋਂ ਬਚ ਸਕਦਾ ਹੈ। ਨਾਨਕ ਜੀ, ਨਾਨਕ ਸ਼ਬਦ ਵਰਤ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਸਿਖਾ ਰਹੇ ਨੇ। ਹੁਣ ਇਹ ਬਾਣੀ ਸਭ ਤੋਂ ਲੰਬੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ।
ਇਹਦਾ ਇੱਕੋ ਹੀ ਰਹਾਉ ਪਦ ਹੈ। ਇੱਕ ਚੀਜ਼ ਯਾਦ ਰੱਖਿਓ, ਰਹਾਉ ਪਦ ਦੇ ਵਿੱਚ ਕਨਸੈਪਟ ਹੁੰਦਾ, ਮੇਨ ਸਿਧਾਂਤ, ਤੱਤ ਸਿਧਾਂਤ ਹੁੰਦਾ। 52 ਅੱਖਰੀ ਨਾਮ ਦੀ ਬਾਣੀ ਵਿੱਚ ਵੀ ਇੱਕੋ ਹੀ ਜਿਹੜਾ ਰਹਾਉ ਪਦ ਹੈ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਇੱਕੋ ਹੀ ਰਹਾਉ ਪਦ ਹੈ। ਤੇ ਸ਼ਾਇਦ ਸਾਡੇ ਚੋਂ ਬਹੁਤਿਆਂ ਨੇ ਕਦੀ ਧਿਆਨ ਨਹੀਂ ਦਿੱਤਾ, ਆਸਾ ਰਾਗ ਦੀ ਵਾਰ ਜਿਹੜੀ ਗੁਰੂ ਘਰਾਂ 'ਚ ਗਾਈ ਜਾਂਦੀ ਹੈ, ਉਹ ਸਾਰੀ ਬਾਣੀ ਵਿੱਚ ਇੱਕੋ ਹੀ ਰਹਾਉ ਪਦ ਹੈ। ਆਖੋ, ਉਹ ਸੈਂਟਰਲ ਆਈਡੀਆ ਹੈ। ਉਹ ਸੈਂਟਰਲ ਆਈਡੀਏ ਦੇ ਦੁਆਲੇ ਸਾਰੀ ਉਹ ਬਾਣੀ ਘੁੰਮਦੀ ਹੈ। ਤੇ ਜੇ ਉਹ ਸੈਂਟਰਲ ਆਈਡੀਏ ਦੀ ਸਮਝ ਹੈ ਤਾਂ ਅਸੀਂ ਬਾਣੀ ਦੇ ਅਰਥ ਵਧੀਆ ਕਰ ਲਵਾਂਗੇ, ਨਹੀਂ ਤਾਂ ਅਸੀਂ ਉਲਝ ਜਾਵਾਂਗੇ। ਆਖੋ ਵਾਹਿਗੁਰੂ। ਹੁਣ ਤੱਤ ਸਿਧਾਂਤ ਕੀ ਹੈ? ਰਹਾਉ ਪਦਾ ਕੀ ਹੈ? ਸੁਖਮਨੀ, ਸੁਖ, ਅੰਮ੍ਰਿਤ ਪ੍ਰਭ ਨਾਮ, ਮਨ ਨੂੰ ਦੇਣ ਵਾਲਾ ਸੁਖ ਆਤਮਿਕ ਸੁਖ ਹੈ। ਉਹ ਅੰਮ੍ਰਿਤ ਹੈ, ਮ੍ਰਿਤੂ ਤੋਂ ਰਹਿਤ ਹੈ। ਉਹ ਅੰਦਰ ਸੰਤੁਸ਼ਟੀ ਹੈ, ਕਦੀ ਮਰਦਾ ਨਹੀਂ। ਆਖੋ ਭਾਈ, ਉਹ ਪ੍ਰਾਪਤ ਕਿਵੇਂ ਹੁੰਦਾ? ਪ੍ਰਭ ਨਾਮ। ਇੱਥੇ ਨਾਮ ਗੁਰਦੇਵ ਸਰੂਪ ਹੈ, ਸਤਿਗੁਰ ਸਰੂਪ ਹੈ, ਗਿਆਨ ਹੈ, ਸੱਚਾ ਗਿਆਨ। ਭਗਤ ਜਨਾ ਕੈ ਮਨ ਵਿਸ਼ਰਾਮ ਰਹਾਉ। ਜਿਹੜੇ ਭਗਤ ਨੇ ਨਾ, ਗੁਰੂ ਦੇ ਚਾਕਰ, ਗੁਰੂ ਜੀ ਨੂੰ, ਵਾਹਿਗੁਰੂ ਜੀ ਨੂੰ ਆਪਾ ਵਾਰਨ ਵਾਲੇ, ਚਾਕਰੀ ਕਰਨ ਵਾਲੇ, ਉਹਨਾਂ ਦੇ ਮਨ ਵਿੱਚ ਵਸਦਾ ਹੈ। ਮਨ ਵਿੱਚ ਵਸਦਾ ਹੈ ਉਪਦੇਸ਼। ਆਖੋ ਵਾਹਿਗੁਰੂ। ਇਹ ਤਾਂ ਸਭ ਨੂੰ ਪਤਾ ਮੇਰਾ ਬਾਪ ਹੈ। ਬਾਪ ਦੇ ਉਪਦੇਸ਼ ਜਿਹੜੇ ਪੁੱਤਰ ਧੀ ਦੇ ਮਨ ਵਿੱਚ ਵਸਦੇ ਨੇ ਨਾ, ਉਹ ਆਗਿਆਕਾਰੀ ਹੁੰਦੇ ਨੇ। ਆਖੋ, ਇਹ ਰਹਾਉ ਪਦਾ ਹੈ ਸਾਰੀ ਬਾਣੀ ਦਾ। ਇਹਦਾ ਮਤਲਬ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜੋ ਸੱਚਾ ਗਿਆਨ ਹੈ, ਸਤਿਗੁਰ ਸਰੂਪ ਹੈ, ਗੁਰਦੇਵ ਸਰੂਪ ਹੈ, ਗਿਆਨ ਰੂਪੀ ਨਾਮ ਹੈ। ਜਦੋਂ ਮਨ ਮੰਨਦਾ ਹੈ ਨਾ, ਮਨ ਨੂੰ ਚੰਗਾ ਲੱਗਦਾ ਹੈ ਤਾਂ ਮਨ ਵਿੱਚ ਵਸਦਾ ਹੈ। ਜਦੋਂ ਮਨ ਵਿੱਚ ਵਸਦਾ ਹੈ, ਸੁਭਾਅ ਗੁਰਮੁਖ ਬਣਦਾ ਹੈ, ਸੋਚ ਗੁਰਮਤ ਵਾਲੀ ਬਣਦੀ ਹੈ। ਫਿਰ ਕਿਤੇ ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਵਿੱਚ ਜਿਉਣ ਦੀ ਜੁਗਤ ਆਉਂਦੀ ਹੈ। ਬਸ਼ਰਤੇ ਕਿ ਕਾਂਖੀ ਏਕੈ ਦਰਸ ਤੁਹਾਰੋ। ਅੰਦਰ ਇੱਕ ਕਾਂਖੀ ਤੜਫ ਹੋਵੇ ਕਿ ਮੈਂ ਸੱਚੇ ਗਿਆਨ ਵਿੱਚ, ਹਰ ਵਰਤਾਰੇ ਵਿੱਚੋਂ, ਹਰ ਇੱਕ ਵਿੱਚੋਂ ਤੁਹਾਡੇ ਦੀਦਾਰ ਕਰਨੇ ਨੇ। ਵਾਹਿਗੁਰੂ ਜੀ, ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਇੱਥੇ ਸਰੀਰ ਦਾ ਗਰਭ ਨਹੀਂ ਹੈ, ਗੱਲ ਮਨ ਦੀ ਚੱਲ ਰਹੀ ਹੈ। ਸੁਖਮਨੀ ਬਾਣੀ ਦਾ ਟਾਈਟਲ ਹੈ ਨਾ, ਸੁਖ ਮਨ ਈ ਐ ਮਨਾ ਆ ਸੁਖ ਹੀ। ਇੱਦਾਂ ਸੁਖ ਮਿਲਦਾ ਹੀ ਆ, ਇਹਦਾ ਕਨਸੈਪਟ। ਮਨ ਦੀ ਗੱਲ ਚੱਲਦੀ ਹੈ। ਮਨ ਦਾ ਗਰਭ ਹੈ ਅਗਿਆਨਤਾ, ਨਾ ਸਮਝੀ। ਇਹਦੇ ਵਿੱਚੋਂ ਜਿਹੜਾ ਜਨਮ ਹੁੰਦਾ ਹੈ ਉਹ ਪਸ਼ੂ ਪ੍ਰਵਿਰਤੀਆਂ ਦਾ ਹੁੰਦਾ ਹੈ, ਕੁਸੰਗੀ ਸੁਭਾਅ। ਮਾਂ ਕਦੀ ਸ਼ਰਾਬੀ ਨੂੰ ਜਨਮ ਨਹੀਂ ਦਿੰਦੀ। ਮਾਂ ਨੇ ਜਦੋਂ ਜਨਮ ਦਿੱਤਾ ਹੁੰਦਾ, ਸ਼ਰਾਬੀ ਨਹੀਂ ਹੁੰਦਾ। ਉਹ ਕੁਸੰਗ ਵਿੱਚ ਬੈਠਦਾ, ਨਾ ਸਮਝੀ ਦੇ ਗਰਭ ਵਿੱਚ ਮਨ ਜਾਂਦਾ ਹੈ। ਕੁਸੰਗ ਵਿੱਚ ਬੈਠ ਬੈਠ ਕੇ ਉਹਦੇ ਮਨ ਦਾ ਜਿਹੜਾ ਜੀਵਨ ਹੈ ਨਾ, ਉਹ ਸ਼ਰਾਬੀ ਬਣਦਾ। ਆਖੋ ਵਾਹਿਗੁਰੂ। ਸਰੀਰ ਸ਼ਰਾਬੀ ਨਹੀਂ ਹੁੰਦਾ, ਮਨ ਸ਼ਰਾਬੀ ਹੁੰਦਾ ਹੈ। ਜਿਸ ਦਿਨ ਉਹਦੇ ਮਨ ਚੋਂ ਇਹ ਨਿਕਲ ਜਾਂਦੀ ਹੈ ਗਿਆਨਤਾ, ਉਹਨੂੰ ਸੋਝੀ ਆ ਜਾਂਦੀ, ਉਹ ਸ਼ਰਾਬ ਛੱਡ ਜਾਂਦਾ। ਆਖੋ ਵਾਹਿਗੁਰੂ। ਤੁਹਾਨੂੰ ਹਰ ਸ਼ਹਿਰ ਵਿੱਚ ਕੋਈ ਨਾ ਕੋਈ ਐਸਾ ਪਿਆਰਾ ਮਿਲੇਗਾ, ਉਹਨੂੰ ਪੁੱਛ ਕੇ ਦੇਖਣਾ। ਜਿਨ੍ਹਾਂ ਨੇ ਕਦੀ ਨਸ਼ਾ ਕੀਤਾ ਤੇ ਬਾਅਦ ਵਿੱਚ ਅੰਮ੍ਰਿਤ ਛਕਿਆ, ਹਰ ਸ਼ਹਿਰ 'ਚ ਮਿਲ ਜਾਏਗਾ। ਪੁੱਛਿਓ ਉਹਨੂੰ, ਉਹ ਤੁਹਾਨੂੰ ਦੱਸੇਗਾ ਜਦੋਂ ਗਏ ਸੀ ਅਸੀਂ ਕੁਸੰਗ 'ਚ, ਉਦੋਂ ਸੋਝੀ ਨਹੀਂ ਸੀ, ਮਨ ਅਗਿਆਨਤਾ ਦੇ ਗਰਭ ਵਿੱਚ ਸੀ। ਕੁਸੰਗ ਵਿੱਚੋਂ ਅੰਦਰ ਕਿਹੜਾ ਜੀਵਨ ਪੈਦਾ ਹੋਇਆ? ਸ਼ਰਾਬੀ। ਇਹ ਸਤਸੰਗਤ ਦੇ ਵਿੱਚੋਂ ਮਨ ਗਿਆਨ ਦੇ ਗਰਭ ਵਿੱਚ ਆਇਆ ਤੇ ਜੀਵਨ ਕੀ ਪੈਦਾ ਹੋ ਗਿਆ? ਅੰਮ੍ਰਿਤਧਾਰੀ। ਆਖੋ ਵਾਹਿਗੁਰੂ। ਜੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਅੰਦਰ ਹੋਵੇ ਨਾ, ਭੈ ਭਾਵ ਨਹੀਂ ਹੋਵੇ, ਮਨ ਫਿਰ ਅਗਿਆਨਤਾ ਦੇ ਗਰਭ ਵਿੱਚ ਨਹੀਂ ਜਾਂਦਾ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਉਹ ਜਿਹੜੇ ਵਿਕਾਰ ਨੇ ਨਾ, ਜਮਦੂਤ ਨੇ, ਇਹਨਾਂ ਵਿੱਚ ਉਲਝ ਜਾਣਾ ਹੀ ਸਭ ਤੋਂ ਵੱਡਾ ਦੁੱਖ ਹੈ। ਇਹੀ ਦੁੱਖ ਹੈ, ਕਿਉਂਕਿ ਇਹ ਰੱਬ ਦੇ ਮਾਰਗ ਤੇ ਨਹੀਂ ਤੁਰਨ ਦਿੰਦਾ। ਜੇ ਰੱਬ ਦੀ ਮਿੱਠੀ ਮਿੱਠੀ ਯਾਦ, ਭੈ ਭਾਵਨੀ ਹਰ ਵੇਲੇ ਹੋਵੇ ਨਾ, ਤੇਰੇ ਵਿਕਾਰਾਂ ਦਾ ਹਮਲਾ ਨਹੀਂ ਹੁੰਦਾ। ਆਖੋ ਵਾਹਿਗੁਰੂ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਜਦੋਂ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ, ਸਿਮਰਨ ਰਸ ਅੰਦਰ ਹੋਵੇ, ਫਿਰ ਆਤਮਿਕ ਮੌਤ ਨਹੀਂ ਆਉਂਦੀ। ਆਖੋ ਵਾਹਿਗੁਰੂ। ਕਾਲ ਦੇ ਅਰਥ ਇੱਥੇ ਆਤਮਿਕ ਮੌਤ ਹੈ। ਇਹ ਗੱਲ ਯਾਦ ਰੱਖਣੀ, ਸਾਰੀ ਬਾਣੀ ਮਨ ਨਾਲ ਸੰਬੰਧਿਤ ਹੈ। ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਨਾਲ ਦੁਸ਼ਮਣ ਕੌਣ ਹੈ? ਪੰਜ ਵਿਕਾਰ, ਬੁਰੀਆਂ ਆਦਤਾਂ ਟਰੈ, ਟਲ ਜਾਂਦੀਆਂ ਨੇ, ਜ਼ਿੰਦਗੀ 'ਚੋਂ ਬਾਹਰ ਨਿਕਲ ਜਾਂਦੀਆਂ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ। ਕਿਹੜਾ ਬਿਘਨ? ਗੁਰੂ ਦੇ ਮਾਰਗ ਤੇ ਤੁਰਨ ਦਾ, ਗੁਰੂ ਦਾ, ਰੱਬ ਦਾ ਚਾਕਰ ਬਣਨਾ, ਵਿਜ਼ਨਰੀ ਬਣਨਾ, ਪਰਉਪਕਾਰੀ ਬਣਨਾ, ਗੁਰੂ ਦੇ ਨਜ਼ਰੀਏ ਵਾਲਾ ਵਿਜ਼ਨ ਰੱਖਣਾ ਹੈ। ਮਨੁੱਖਤਾ ਦੀ, ਕੌਮ ਦੀ ਸੇਵਾ ਦੇ ਲਈ ਪਰਉਪਕਾਰ ਕਰਨਾ, ਪਰਉਪਕਾਰੀ ਤੇ ਵਿਜ਼ਨਰੀ।
ਨੈਚੁਰਲੀ ਇਹ ਗੁਰਬਾਣੀ ਅਨੁਸਾਰ ਬਣਨਾ ਆ ਗਿਆ ਤੇ ਉਹਦੇ ਰਿਜ਼ਲਟ ਪੱਕੇ ਹੀ ਆਉਣਗੇ, ਕ੍ਰਾਂਤੀਕਾਰੀ ਜੀਵਨ ਹੋਏਗਾ। ਉਹਦੇ ਰਿਜ਼ਲਟ ਦੁਨੀਆ ਦੇ ਸਾਹਮਣੇ ਹੋਣਗੇ। ਇਸ ਮਾਰਗ ਤੇ ਤੁਰਨ ਦੇ ਲਈ ਵਿਘਨ ਨਹੀਂ ਲੱਗੇਗਾ, ਆਖੋ ਵਾਹਿਗੁਰੂ। ਰੁਕਾਵਟ ਆਉਣਗੇ, ਦੁੱਖ ਆਉਣਗੇ, ਮੁਸ਼ਕਲਾਂ ਆਉਣਗੀਆਂ, ਤੁਰਨ ਤੋਂ ਨਹੀਂ ਰੋਕ ਸਕਦੀਆਂ, ਆਖੋ ਵਾਹਿਗੁਰੂ। ਰੁਕਾਵਟਾਂ, ਵਿਘਨ, ਮੁਸ਼ਕਲਾਂ ਰਾਹ ਬੰਦ ਕਰ ਸਕਦੀਆਂ ਨੇ, ਰੱਬ ਨਵੇਂ ਰਾਹ ਖੋਲ ਦੇਗਾ। ਵਿਘਨ ਨਾ ਲਾਗਾ ਦਾ ਕਨਸੈਪਟ ਹੈ, ਤੈਨੂੰ ਰੋਕ ਨਹੀਂ, ਤੇਰਾ ਰਾਹ ਨਹੀਂ ਬੰਦ ਕਰ ਸਕਦੀਆਂ। ਭਾਵ ਤੈਨੂੰ ਮੰਜ਼ਿਲ ਤੇ ਵਧਣ ਤੋਂ ਨਹੀਂ ਰੋਕ ਸਕਦੀਆਂ, ਜੀਵਨ ਵੱਧਦਾ ਰਹੇਗਾ, ਆਖੋ ਵਾਹਿਗੁਰੂ। ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਜੇ ਵਾਹਿਗੁਰੂ ਜੀ ਦੀ ਅੰਦਰ ਹਰ ਵੇਲੇ ਮਿੱਠੀ ਮਿੱਠੀ ਯਾਦ ਹੈ ਨਾ, ਤਾਂ ਤੇਰੀ ਮੱਤ ਜਾਗੀ ਰਹੇਗੀ। ਫਿਰ ਉਹ ਫੈਸਲਾ ਨਹੀਂ ਲਏਗੀ ਨਫ਼ਰਤ, ਨਿੰਦਾ, ਹੰਕਾਰ, ਲੋਭ, ਲਾਲਚ ਦਾ। ਫਿਰ ਮਨ ਜਾਗਿਆ ਰਹੇਗਾ, ਅੰਦਰ ਸੁਚੇਤਤਾ ਰਹੇਗੀ, ਅੰਦਰੋਂ ਅਵੇਅਰ ਹੋਏਗਾ, ਕੌਨਸ਼ੀਅਸਨੈਸ ਪੈਦਾ ਹੋਏਗੀ। ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਛੋਟੇ ਛੋਟੇ ਪੈ ਚਿੰਤਾ ਤੌਖਲੇ। ਗੁਰੂ ਦੇ ਮਾਰਗ ਤੇ ਤੁਰ ਨਹੀਂ ਦਿੰਦੇ, ਪਰਉਪਕਾਰੀ ਨਹੀਂ ਬਣਨ ਦਿੰਦੇ, ਵਿਜ਼ਨਰੀ ਨਹੀਂ ਬਣਨ ਦਿੰਦੇ। ਇਸ ਵਿਜ਼ਨ ਤੇ, ਵੱਡੇ ਵਿਜ਼ਨ ਤੇ ਤੁਰ ਨਹੀਂ ਦਿੰਦੇ। ਇਹ ਛੋਟੀਆਂ ਛੋਟੀਆਂ ਚਿੰਤਾਵਾਂ, ਛੋਟੇ ਛੋਟੇ ਭੈ ਤੌਖਲੇ ਮਨੁੱਖ ਨੂੰ ਖੂਹ ਦਾ ਡੱਡੂ ਬਣਾ ਦਿੰਦੇ ਨੇ। ਆਪਣੀ ਨਿੱਜੀ ਜ਼ਿੰਦਗੀ, ਪਰਿਵਾਰਕ ਜ਼ਿੰਦਗੀ, ਬੱਚਿਆਂ ਦੀ ਜ਼ਿੰਦਗੀ ਬਸ ਉਸੇ ਦੇ ਵਿੱਚ ਹੀ ਉਲਝਿਆ ਪਿਆ ਹੈ। ਕਿਉਂ? ਅੰਦਰ ਬੜੀਆਂ ਚਿੰਤਾਵਾਂ ਵਿੱਚ, ਭੈ ਵਿੱਚ ਜਿਉ ਰਿਹਾ ਹੈ। ਰੱਬ ਦੀ ਹਰ ਵੇਲੇ ਅੰਦਰ ਯਾਦ ਮਿੱਠੀ ਮਿੱਠੀ, ਤੇਰੇ ਭਾਉ ਨਹੀਂ ਵਿਆਪਦੇ, ਆਖੋ ਵਾਹਿਗੁਰੂ। ਮੈਂ ਫਿਰ ਦੁਹਰਾ ਦਿਆਂ, ਪਿੱਛੇ ਵੀ ਇੱਕ ਵਾਰੀ ਗੱਲ ਕਹੀ ਸੀ। ਇਹਨੂੰ ਸੋਚਿਓ, ਜਦੋਂ ਅਸੀਂ ਪਰਿਵਾਰ ਲਈ, ਬੱਚਿਆਂ ਲਈ, ਕਾਰੋਬਾਰ ਲਈ ਆਪਾਂ ਵਾਰਦੇ ਹਾਂ, ਤੇ ਜਿਹੜੇ ਪਰਉਪਕਾਰੀ ਹੁੰਦੇ ਨੇ, ਸਮਾਜ ਲਈ ਕਰਦੇ ਨੇ, ਕੌਮ ਲਈ ਕਰਦੇ ਨੇ, ਕੀ ਉਹਨਾਂ ਦੇ ਪਰਿਵਾਰ ਨਹੀਂ? ਸੋਚਿਓ ਕਦੀ, ਕੀ ਉਹਨਾਂ ਦੇ ਬੱਚੇ ਨਹੀਂ? ਕੀ ਉਹਨਾਂ ਦੀਆਂ ਪਰਿਵਾਰਕ ਲੋੜਾਂ ਨਹੀਂ? ਕੀ ਉਹਨਾਂ ਦੇ ਬੱਚਿਆਂ ਦੀਆਂ ਲੋੜਾਂ ਨਹੀਂ? ਕੀ ਉਹਨਾਂ ਨੂੰ ਵਿਘਨ ਨਹੀਂ ਆਉਂਦੇ? ਕੀ ਉਹਨਾਂ ਦੀ ਜ਼ਿੰਦਗੀ 'ਚ ਤੌਖਲੇ ਨਹੀਂ ਆਉਂਦੇ? ਕੀ ਉਹਨਾਂ ਦੀ ਜ਼ਿੰਦਗੀ 'ਚ ਭਉ ਨਹੀਂ ਆਉਂਦੇ? ਛੋਟੀਆਂ ਛੋਟੀਆਂ ਚਿੰਤਾਵਾਂ ਨਹੀਂ ਆਉਂਦੀਆਂ? ਆਉਂਦੀਆਂ ਨੇ। ਉਹਨਾਂ ਨੂੰ ਬੈਲੈਂਸ ਬਣਾਉਣਾ ਆਉਂਦਾ ਹੈ। ਪਰ ਉਹ ਭੈ, ਉਹ ਚਿੰਤਾ ਉਹਨਾਂ ਦੇ ਰਾਹ ਨਹੀਂ ਰੋਕਦੇ, ਕਿਉਂਕਿ ਅੰਦਰ ਵਿਸ਼ਵਾਸ ਵੱਡਾ ਹੁੰਦਾ ਹੈ। ਉਹਨਾਂ ਦਾ ਸਿਦਕ ਪੱਕਾ ਹੁੰਦਾ ਹੈ। ਉਹਨਾਂ ਦੇ ਅੰਦਰ ਜਨੂਨ ਹੁੰਦਾ ਹੈ। ਉਹਨਾਂ ਦੇ ਅੰਦਰ ਜਜ਼ਬਾ ਹੁੰਦਾ ਹੈ ਗੁਰੂ ਲਈ ਆਪਾ ਵਾਰਨ ਦਾ। ਉਹ ਫਿਰ ਭਉ ਜਿਹੜਾ ਨਾ, ਵਿਆਪਦਾ ਨਹੀਂ, ਆਖੋ ਵਾਹਿਗੁਰੂ। ਜਿਹਨੂੰ ਵਿਆਪ ਗਿਆ, ਉਹ ਖੂਹ ਦਾ ਡੱਡੂ ਹੋ ਕੇ ਜਿਉਂਦਾ ਹੈ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਉਹ ਦੁੱਖ ਹੈ ਗੁਰੂ ਤੋਂ ਟੁੱਟਣਾ, ਮਨਮੁਖਤਾਈ ਦਾ ਜੀਵਨ। ਫਿਰ ਮਨਮੁਖਤਾਈ ਦਾ ਜੀਵਨ ਇਤਨਾ ਹਮਲਾ ਨਹੀਂ ਪਾਉਂਦਾ ਕਿ ਉਹ ਗੁਰੂ ਦੇ ਮਾਰਗ ਨੂੰ ਛੱਡ ਜਾਵੇ, ਜਿਹਦੇ ਅੰਦਰ ਰੱਬ ਦੀ ਮਿੱਠੀ ਮਿੱਠੀ ਯਾਦ ਚੱਲਦੀ ਹੈ। ਰੱਬ ਕਾ ਸਿਮਰਨ ਸਾਧ ਕੈ ਸੰਗ, ਜਿਹਦੇ ਅੰਦਰ ਵਾਹਿਗੁਰੂ ਜੀ ਦੀ ਮਿੱਠੀ ਯਾਦ ਚੱਲਦੀ ਨਾ, ਪਤਾ ਕਿਵੇਂ? ਗੁਰੂ ਦਾ ਸੰਗ ਕਰਕੇ, ਗੁਰੂ ਦੇ ਉਪਦੇਸ਼ਾਂ ਨੂੰ ਸੋਚ ਸੁਭਾਅ ਤੇ ਲਾਗੂ ਕਰਦੇ ਨੇ ਹਰ ਵੇਲੇ। ਸਾਧ ਕੈ ਸੰਗ, ਸੰਗ ਦੇ ਗੱਗੇ ਨੂੰ ਸਿਹਾਰੀ ਹੈ। ਜਿੱਥੇ ਅਖੀਰਲੇ ਅੱਖਰ ਨੂੰ ਸਿਹਾਰੀ ਹੁੰਦੀ ਹੈ ਨਾ, ਉਹਦੇ 'ਚੋਂ ਪ੍ਰੈਪੋਜੀਸ਼ਨ ਨਿਕਲਦੀ ਹੁੰਦੀ ਹੈ, ਰਾਹੀਂ, ਦੁਆਰਾ, ਨੂੰ। ਗੁਰੂ ਦੇ ਉਪਦੇਸ਼ਾਂ ਦੇ ਸੰਗ ਰਾਹੀਂ ਪ੍ਰਭ ਦਾ ਸਿਮਰਨ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਅੰਦਰ ਬਣੀ ਰਹਿੰਦੀ ਹੈ। ਸਰਬ ਨਿਧਾਨ ਨਾਨਕ ਹਰ ਰੰਗ। ਇਹ ਨਾਨਕ ਜੀ, ਇਹਦੇ 'ਚ ਰੱਬ ਦਾ ਪਿਆਰ ਜਾਗਦਾ ਹੈ, ਰੱਬ ਦੇ ਪਿਆਰ ਦਾ ਰਸ ਬਣਦਾ ਹੈ। ਉਹ ਸਭ ਤੋਂ ਉੱਤਮ ਖਜ਼ਾਨਾ ਹੈ। ਸਰਬ ਨਿਧਾਨ ਸਭ ਤੋਂ ਵੱਡਾ ਖਜ਼ਾਨਾ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਦੁਨੀਆ ਕਹਿੰਦੀ ਸੀ ਉਹਦੇ ਕੋਲ ਰਿੱਧੀਆਂ ਸਿੱਧੀਆਂ ਨੇ ਜੀ। ਇੱਕ ਤਾਂ ਧਾਰਮਿਕ ਮਨੁੱਖਾਂ ਤੋਂ ਪ੍ਰਭਾਵਿਤ ਹੋਈ ਜਾਂਦੇ, ਰਿੱਧੀਆਂ ਸਿੱਧੀਆਂ ਜੀ। ਇਹੋ ਜਿਹਾ ਪ੍ਰਚਾਰ ਸਾਡੇ ਵਿੱਚ ਵੀ ਕੀਤਾ ਗਿਆ, ਸੁਣ ਸੁਣਾ ਕੇ, ਇੱਕ ਦੂਜੇ ਤੋਂ ਸੁਣ ਸੁਣਾ ਕੇ। ਜੀ ਫਲਾਣੇ ਬੰਦੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਜੀ, ਉਹ ਪਤਾ ਨਹੀਂ ਕੀ ਕਰ ਦੇਗਾ, ਪਤਾ ਨਹੀਂ ਇੱਦਾਂ ਕਰ ਦੇਗਾ ਜੀ, ਉਹ ਤੇ ਸੋਚੇ ਇੱਦਾਂ ਹੋ ਜਾਂਦਾ ਜੀ। ਜੂਨ 84 ਆਇਆ, ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਗਿਆ। ਰਿੱਧੀਆਂ ਸਿੱਧੀਆਂ ਵਾਲਾ ਕੋਈ ਬਾਬਾ ਤੇ ਉੱਠਿਆ ਨਹੀਂ, ਕਿਸੇ ਦੀ ਸ਼ਕਤੀ ਦੇ ਕੋਈ ਕੰਮ ਨਹੀਂ ਕੀਤੀ। ਜੇ ਉੱਠਿਆ ਤੇ ਬਾਬਾ ਜਰਨੈਲ ਸਿੰਘ ਉੱਠਿਆ, ਜੂਝਿਆ, ਗੁਰੂ ਕੇ ਸੂਰਮੇ ਸ਼ਹੀਦ ਜੂਝੇ। ਪਰ ਕਹਿੰਦੇ ਸੀ ਉਹਦੇ 'ਚ ਕਰਾਮਾਤ ਹੈ ਜੀ, ਉਹਦੇ 'ਚ ਫਲਾਨਾ ਹੈ ਜੀ, ਉੱਥੇ ਕਰਾਮਾਤ ਹੈ ਜੀ, ਇੱਥੇ ਕਰਾਮਾਤ ਹੈ। ਕੋਈ ਕਰਾਮਾਤ ਸਾਹਮਣੇ ਨਹੀਂ ਆਈ। ਇਹ ਗੁਰਮਤਿ ਦਾ ਕਨਸੈਪਟ ਨਹੀਂ ਪਿਆਰਿਓ। ਧਰਮ ਦੀ ਦੁਨੀਆ 'ਚ ਰਿੱਧੀਆਂ ਸਿੱਧੀਆਂ ਕਰਕੇ ਪ੍ਰਭਾਵ ਪਾਉਂਦੇ ਸੀ, ਤੇ ਦੁਨਿਆਵੀ ਪੱਖ ਤੇ ਨੌ ਨਿਧੀਆਂ, ਮਟੀਰੀਅਲਿਜ਼ਮ, ਅਮੀਰੀ, ਪ੍ਰਾਪਰਟੀ ਦਾ ਪ੍ਰਭਾਵ ਪਾਉਂਦੇ ਨੇ। ਦੁਨੀਆ ਦੀ ਅਮੀਰੀ, ਦੁਨੀਆ ਦੀ ਪ੍ਰਾਪਰਟੀ ਤੇ ਧਾਰਮਿਕ ਦੁਨੀਆ ਦੀਆਂ ਰਿੱਧੀਆਂ ਸਿੱਧੀਆਂ ਤੋਂ
ਕਿਤੇ ਉੱਪਰ ਹੈ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ। ਇਹ ਮਿਲ ਗਈ, ਸਭ ਕੁਛ ਮਿਲ ਗਿਆ। ਆਖੋ ਵਾਹਿਗੁਰੂ। ਰੱਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਅਸਲੀ ਗਿਆਨ ਰੱਬ ਦੀ ਯਾਦ ਹਰ ਵੇਲੇ ਅੰਦਰ ਚੱਲੇ। ਧਿਆਨ ਹੁੰਦਾ ਸਮਾਧੀ। ਅਸਲੀ ਸਮਾਧੀ ਉਹ ਹੈ, ਸਫਲ ਸਮਾਧੀ ਉਹ ਹੈ, ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਮੈਮਰੀ ਪਾਵਰ ਤੇ ਹੋਵੇ। ਐਵੇਂ ਲੋਕਾਂ ਦੇ ਔਗਣ ਵਿਚਲਤ ਕਰਨ ਵਾਲੇ ਕੌਤਕ, ਉਹਨਾਂ ਨੂੰ ਨਾ ਕਿਤੇ ਚੁੱਕੀ ਫਿਰੀ। ਆਖੋ ਅੰਦਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ। ਤਤ ਬੁੱਧ, ਇਹੀ ਅਸਲੀਅਤ ਸੱਚੀ ਅਕਲ ਹੈ, ਸੱਚੀ ਸੋਝੀ ਹੈ। ਰੱਬ ਦੀ ਮਿੱਠੀ ਮਿੱਠੀ ਯਾਦ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਇਹ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹੈ ਨਾ, ਇਹੀ ਸਭ ਤੋਂ ਵੱਡਾ ਜਪ ਹੈ, ਇਹੀ ਸਭ ਤੋਂ ਵੱਡਾ ਤਪ ਹੈ, ਇਹੀ ਸਭ ਤੋਂ ਵੱਡੀ ਪੂਜਾ ਹੈ। ਆਖੋ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਇਹ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਹੈ ਨਾ, ਤੇ ਦੂਜੇ ਪਾਸੇ ਦੇ ਰਸ ਨਹੀਂ ਚੰਗੇ ਲੱਗਦੇ। ਆਖੋ ਦੂਜਾ ਪਾਸਾ ਹੀ ਨਹੀਂ ਚੰਗਾ ਲੱਗਦਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਇਹ ਨਿਸ਼ਾਨੀ ਹੈ ਰੱਬ ਦੀ ਮਿੱਠੀ ਮਿੱਠੀ ਯਾਦ ਦੀ। ਇੱਥੇ ਬੜਾ ਕਨਸੈਪਟ ਨਿਖਰ ਰਿਹਾ। ਜੇ ਰੱਬ ਦੀ ਮਿੱਠੀ ਮਿੱਠੀ ਯਾਦ ਹੈ ਨਾ, ਇਹਦਾ ਮਤਲਬ ਗੁਰੂ ਦੇ ਉਪਦੇਸ਼ਾਂ ਦਾ ਮਨ ਇਸ਼ਨਾਨ ਕਰ ਰਿਹਾ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਇਹ ਤੀਰਥ ਇਸ਼ਨਾਨੀ ਬਣ ਗਿਆ। ਇਹ ਜਦੋਂ ਗੁਰੂ ਦੇ ਉਪਦੇਸ਼ ਰਾਹੀਂ ਮਨ ਨੂੰ ਹਰ ਵੇਲੇ ਇਸ਼ਨਾਨ ਕਰਵਾਉਂਦਾ ਹੈ, ਮਤ ਨੂੰ ਤੇ ਮਨ ਨੂੰ, ਤਾਂਹੀਓ ਤੇ ਵਾਹਿਗੁਰੂ ਜੀ ਦੀ ਯਾਦ ਬਣਦੀ ਆ। ਆਖੋ ਵਾਹਿਗੁਰੂ। ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਜਿਹਦੇ ਅੰਦਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਬਣਦੀ ਨਾ, ਉਸ ਨੂੰ ਰੱਬ ਦੀ ਦਰਗਾਹ ਦੇ ਅਰਥ ਹੈ ਰੱਬ ਦੇ ਨਿਜ਼ਮ ਵਿੱਚ। ਮਾਨ ਮਾਨੀ, ਮਾਨ ਸਤਿਕਾਰ ਦੇ ਅਰਥ ਹੈ ਬਖਸ਼ਿਸ਼ ਮਿਲਦੀ ਹੈ। ਆਖੋ ਰੱਬ ਕੈ ਸਿਮਰਨ ਹੋਏ ਸੋ ਭਲਾ। ਆ ਇੱਕ ਹੋਰ ਨਿਸ਼ਾਨੀ ਹੈ। ਜਿਹਦੇ ਅੰਦਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹੈ ਨਾ, ਜੋ ਵੀ ਵਰਤਾਰੇ ਵਰਤਦੇ ਨੇ, ਉਹਨੂੰ ਵਿਸ਼ਵਾਸ ਹੁੰਦਾ ਭਲੇ ਨੂੰ ਹੋ ਰਹੇ ਨੇ। ਆਖੋ ਸਾਡੀ ਸਮਝ ਤੋਂ ਪਰੇ ਹੁੰਦਾ ਹੈ, ਕੁਛ ਨਾ ਕੁਛ ਭਲੇ ਦਾ ਨਿਕਲਣਾ ਹੁੰਦਾ ਉਹਦੇ 'ਚ। ਪ੍ਰਭ ਕੈ ਸਿਮਰਨ ਸੋ ਫਲ ਫਲਾ। ਜੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਅੰਦਰ ਹੈ, ਸਭ ਤੋਂ ਸ੍ਰੇਸ਼ਟ ਫਲ ਹੈ, ਸਭ ਤੋਂ ਉੱਤਮ ਫਲ ਹੈ। ਸੇ ਸਿਮਰਾ ਹੈ ਜਿਹਨੇ ਆਪ ਸਿਮਰਾਏ। ਇਹ ਉਹਨਾਂ ਦੇ ਅੰਦਰ ਹਰ ਵੇਲੇ ਮਿੱਠੀ ਯਾਦ ਚੱਲਦੀ, ਜਿਨ੍ਹਾਂ ਤੇ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਨਾਨਕ ਤਾਂ ਕਹਿ ਲਾਗੋਂ ਪਾਏ। ਇਹ ਨਾਨਕ ਜੀ ਉਹਨਾਂ ਦੇ ਚਰਨੀ ਲੱਗਾ। ਚਰਨੀ ਲੱਗਾ ਦੇ ਅਰਥ ਹੈ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਾਂ, ਉਹਨਾਂ ਦੇ ਚੰਗੇ ਗੁਣਾਂ ਨੂੰ, ਚੰਗੇ ਕਰਮਾਂ ਨੂੰ, ਉਹਨਾਂ ਦੀਆਂ ਚੰਗੀਆਂ ਵਿਚਾਰਾਂ ਨੂੰ ਮੈਂ ਪ੍ਰਭਾਵਿਤ ਹੋ ਕੇ ਆਪਣੇ ਜੀਵਨ ਵਿੱਚ ਲਿਆਵਾਂ। ਆਖੋ ਸਤਿਗੁਰੂ ਕਿਰਪਾ ਕਰਨ ਸਰਬੱਤ ਨੂੰ ਪ੍ਰਾਪਤ ਹੋਵੇ। ਪਹਿਲੀ ਅਸ਼ਟਪਦੀ ਦੇ ਚੌਥੇ ਪਦੇ ਤੋਂ ਕੱਲ ਨੂੰ ਵਿਚਾਰ ਸ਼ੁਰੂ ਹੋਏਗੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।